पंड जमिया पंड निमिया पंड मंगण भी आहो पंडो होवे दोस्ती पंडो चले पंड पादिए पंड होवे बंदान सो क्यों मंदाया जित जम राजा पंड जमिया पंड निमिया हाँ जी प्यारे दर्शकों, मेरे वालों गुरबचन वालों तुहानू सारिआं नूं प्यार भरी सत श्री अकाल जी। वाहिगुरू जी का खालसा वाहिगुरू जी की फतेह। सो अज 8 तरीक मार्च 2021 ते सारियां वोमेंस नूं मेरे वालों प्यार भरी सत श्री अकाल जी। ते अज महिला दिवस मना रहा जो कि कल इंडिया दे विच मनाया गया, क्योंकि उत्थे 8 तरीक कल सी ते यूएसए के हिसाब नाल अज 8 तरीक इत्थे। सो असीं प्रोग्राम लैके आए हैं साझा सुनेहा, जिस विच असीं शॉर्टली गल करांगे कि वोमेंस नूं जो साडे गुरु महाराज परमात्मा वल्लों हक सी वो मिले या नहीं मिले। सो तुसीं शब्द सुन रहे सी, सो क्यों मंदा आखिए जित जम्मे राजान। सो दोस्तों, अपने नाल अज सरदार इंद्रजीत सिंह बल्लोवाल जो कि इन्हां शब्दां ते चानना पाउणगे। सरदार इंद्रजीत सिंह जी, तुहाडा स्वागत है जी साझा स्नेहा दे विच। सत श्री अकाल जी, वाहिगुरू जी का खालसा खालसा फतेह जी। हाँ जी, हाँ जी इंद्रजीत भाजी, अज अपने वुमन डे जिहड़ा वर्ल्ड वुमेन्स डे आ वो मार्च 8 नूं मनाਉਂਦੇ ਆ ਆਪਾਂ ਸਾਰੇ जी। तो जिथे जिथे भी जिद्दां हुण वर्ल्ड दे विच तरीक दे हिसाब नाल फर्क हर एक डे फर्क पै जांदा। अज इत्थे 8 तरीक कल इंडिया दे विच सी ते जिद्दां जिद्दां टाइमिंग दे हिसाब नाल उदां उदां फिर ओह मना रहे हैं ना सारे जी। ते आपां शब्द सुन रहे सी, सो क्यों मंदा आखिए जित जम्मे राजान। हाँ जी। सो गल आपां करदे आ भी जिद्दां वुमेन ये सारी संसार ते मानवता है तो एक वुमन दे बदौलत ही है। हाँ जी। ते तुहाडा की ख्याल है भी जो साहब श्री गुरु नानक देव जी एक इस्त्री नूं रुतबा दे गए सी कि ओदी पालना हो रही अजकल के कोई ओदे विच किंतु परंतु तुसीं इहदे बारे जानना पाओगे, नाले शब्द बारे थोड़ा जिहा समझाओ जी। पहला तो गुरबचन सिंह जी अपने सारिਆਂ ਵੱਲੋਂ ਸਾਰੇ ਸੰਸਾਰ ਨੂੰ ਕੁੱਲ ਦੁਨੀਆ ਨੂੰ हैप्पी विमेंस डे जी। ਇਹ ਸਾਲ ਦੇ ਵਿੱਚ ਇੱਕ ਦਿਨ ਰੱਖ ਦਿੱਤਾ ਗਿਆ, ਇੱਕ ਫੈਸਟੀਵਲ ਲਈ ਬਣ ਗਿਆ, ਇੱਕ ਜਿੱਦਾਂ ਆਪਾਂ ਕਹਿ ਲਈਏ ਵੀ ਮਦਰਸ ਡੇ, ਫਾਦਰਸ ਡੇ, ਹਨਾ जी ਜਾਂ ਹੋਰ ਵੀ ਫੈਸਟੀਵਲ ਜਿਹੜੇ ਆਉਂਦੇ ਆ ਸਾਲਾਨਾ ਆਉਂਦੇ ਆ ਨਾ ਸਾਲ ਦੇ ਵਿੱਚ, ਜਾਂ ਆਪਾਂ ਜਿੱਦਾਂ ਆਪਣੇ ਵਿਸਾਖੀ ਹੋ ਗਿਆ ਹਨਾ, ਹੋਲਾ ਮਹੱਲਾ ਹੋ ਗਿਆ ਹਨਾ ਜੀ, ਉਹਨਾਂ ਦੇ ਵੀ ਬਹੁਤ ਵੱਡੇ ਵੱਡੇ ਮੀਨਿੰਗ ਆ। ਤੇ ਇਹ ਜਿਹੜਾ ਵਿਮਨਸ ਡੇ ਵੀ ਆ, ਇਹਦਾ ਵੀ ਇੱਕ ਬਹੁਤ ਵੱਡਾ ਪਿਛੋਕੜ ਆ, ਇਹਦੇ ਇੱਕ ਪਿੱਛੇ ਬਹੁਤ ਵੱਡਾ
ਛੁਪਿਆ ਹੋਇਆ ਦਰਦਨਾਕ ਇਤਿਹਾਸ, ਇੱਕ ਡਿਸਕ੍ਰਿਮੀਨੇਸ਼ਨ ਦੇ ਨਾਲ ਭਰਿਆ ਹੋਇਆ ਇਤਿਹਾਸ ਹੈ ਹਜ਼ਾਰਾਂ ਸਾਲਾਂ ਦਾ। ਜੀ ਕਿਉਂਕਿ ਇਹ ਸੰਸਾਰ ਜਿਹੜਾ ਆ ਇਹ ਪੁਰਖ ਪ੍ਰਧਾਨੀ ਰਿਹਾ, ਮਰਦ ਪ੍ਰਧਾਨੀ। ਹੂੰ ਇਹਦੇ ਵਿੱਚ ਇੰਨਾ ਹੰਕਾਰ ਇਹਨੇ ਕੀਤਾ ਜੀ ਕਿ ਇਹਨੇ ਹੰਕਾਰ ਦੇ ਵਿੱਚ ਆਣ ਕੇ ਇਹਨੇ ਔਰਤ ਨੂੰ ਵੀ, ਜਿਹੜਾ ਇੱਕ ਬਰਾਬਰ ਦਾ ਜੀ ਅਕਾਲ ਪੁਰਖ ਨੇ ਇਸ ਸੰਸਾਰ ਨੂੰ ਚਲਾਉਣ ਵਾਸਤੇ, ਗ੍ਰਸਥ ਜੀਵਨ ਨੂੰ ਚਲਾਉਣ ਵਾਸਤੇ, ਮੇਲ ਤੇ ਫੀਮੇਲ ਕੁਦਰਤੀ ਹੈ ਹੂੰ ਸ੍ਰਿਸ਼ਟੀ ਨੂੰ ਚੱਲਦਾ ਰੱਖਣ ਦੇ ਲਈ। ਇਹ ਇਕੱਲੇ ਬੰਦਿਆਂ ਦੇ ਵਿੱਚ ਨਹੀਂ, ਮੇਲ ਤੇ ਫੀਮੇਲ ਸਾਰੀ ਸ੍ਰਿਸ਼ਟੀ ਦੇ ਵਿੱਚ ਹੈ, ਪਸ਼ੂ ਪੰਛੀ ਪਰਿੰਦਿਆਂ ਦੇ ਵਿੱਚ, ਜਾਨਵਰਾਂ ਦੇ ਵਿੱਚ, ਸਾਰਿਆਂ ਦੇ ਵਿੱਚ। ਹੂੰ ਔਰ ਸੋਚਣ ਵਾਲੀ ਗੱਲ ਇਹ ਆ ਵੀ ਕਿਸੇ ਵੀ ਹੋਰ ਜਾਤ ਦੇ ਵਿੱਚ, ਜਾਣੀ ਕਿ ਜਾਤ ਦੀ ਮੈਂ ਜਿਹੜੀ ਗੱਲ ਕਰਨ ਲੱਗਾ, ਜਾਣੀ ਕਿ ਗਾਈਆਂ, ਮੱਝਾਂ, ਬੱਕਰੀਆਂ ਜਾਂ ਪਸ਼ੂ ਪੰਛੀ ਪਰਿੰਦੇ ਚ ਮੇਲ ਫੀਮੇਲ ਆ, ਉਹ ਬਰਾਬਰ ਦੇ ਅਧਿਕਾਰ ਆ, ਬਰਾਬਰ ਦੇ ਹੀ ਉਹ ਜਿਹੜੀ ਡਿਊਟੀ ਆ ਅਕਾਲ ਪੁਰਖ ਨੇ ਲੱਗੀ ਹੋਈ ਆ, ਉਸ ਹਿਸਾਬ ਦੇ ਨਾਲ ਆਪਣੀ ਉਹ ਡਿਊਟੀ ਨਿਭਾਉਂਦੇ ਆ। ਜੀ ਕਦੇ ਉਹ ਇੱਕ ਦੂਜੇ ਨੂੰ ਨੀਵਾਂ ਨਹੀਂ ਦਿਖਾਉਂਦੇ, ਪਰ ਇੱਕੋ ਇੱਕ ਜਾਤ, ਮਨੁੱਖ ਜਾਤ ਆ ਜਿਹੜੀ, ਇਨਸਾਨ, ਜਿਹੜਾ ਬੰਦਾ ਆਪਣੇ ਨੂੰ ਇਨਸਾਨ ਕਹਾਉਂਦਾ ਨਾ, ਹਾਂਜੀ ਮਨੁੱਖੀ ਜਾਤ, ਇਹਨੇ ਹੰਕਾਰ ਦੇ ਵਿੱਚ ਆਣ ਕੇ ਮਰਦ ਪ੍ਰਧਾਨੀ ਸਮਾਜ ਦੀ ਸਿਰਜਣਾ ਕੀਤੀ, ਡੁਪਲੀਕੇਟ ਗ੍ਰੰਥ ਤਿਆਰ ਕੀਤੇ, ਡੁਪਲੀਕੇਟ ਧਰਮ ਬਣਾ ਕੇ, ਤੇ ਔਰਤ ਨੂੰ ਇਹਨੇ ਗੁਲਾਮ ਬਣਾ ਲਿਆ, ਉਹਨੂੰ ਇਹਨੇ ਪੈਰ ਦੀ ਜੁੱਤੀ ਬਣਾ ਲਿਆ, ਉਹਨੂੰ ਇਹਨੇ ਇੱਕ ਮਨੋਰੰਜਨ ਦਾ ਸਾਧਨ ਬਣਾ ਲਿਆ, ਇੱਕ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਬਣਾ ਕੇ ਰੱਖ ਦਿੱਤਾ। ਹਰ ਵਾਰੀ ਉਹਦੇ ਹੱਕਾਂ ਦੀ ਵਾਇਲੇਸ਼ਨ ਹੁੰਦੀ ਰਹੀ ਹਜ਼ਾਰਾਂ ਸਾਲਾਂ। ਇਸ ਕਰਕੇ ਇਹ ਜਿਹੜਾ ਵਿਮਨਸ ਡੇ ਆ, ਇਹ ਮੈਂ ਤਾਂ ਕਹਿੰਦਾ ਜਿੱਦਾਂ ਅੱਜ ਕੱਲ ਵੱਡੇ ਲੈਵਲ ਤੇ ਮਨਾਇਆ ਜਾ ਰਿਹਾ, ਹੋਰ ਜ਼ਿਆਦਾ ਇਹਨੂੰ ਉਤਸ਼ਾਹਿਤ ਕਰਨਾ ਚਾਹੀਦਾ। ਔਰ ਜਿਹੜੀਆਂ ਔਰਤਾਂ, ਜਿਹੜੀਆਂ ਸਾਡੀਆਂ ਬੀਬੀਆਂ ਭੈਣਾਂ ਨੇ ਵਧੀਆ ਕੰਮ ਕੀਤੇ ਆ, ਬਹਾਦਰੀ ਦੇ ਕੰਮ ਕੀਤੇ, ਚਾਹੇ ਉਹ ਸਮਾਜਿਕ ਫੀਲਡ ਵਿੱਚ ਜਾਂ ਪੋਲੀਟੀਕਲ ਵਿੱਚ ਜਾਂ ਆਰਥਿਕ ਵਿੱਚ ਆ, ਕਿਸੇ ਵੀ ਚੰਗੇ ਕੰਮ 'ਚ ਮਹਾਨ ਕੰਮ ਕੀਤੇ, ਉਹਨਾਂ ਨੂੰ ਸਨਮਾਨਿਤ ਕਰਨਾ ਚਾਹੀਦਾ। ਗੁਰਬਚਨ ਸਿੰਘ ਜੀ, ਇਹ ਜਿਹੜਾ ਮਹਿਲਾ ਦਿਵਸ ਆ, ਅਸਲ ਦੇ ਵਿੱਚ ਇਹਦੀ ਉਤਪਤੀ ਉਦਾਂ 1908 ਦੇ ਵਿੱਚ, ਜਿਹੜਾ ਹੁਣ ਆਪਾਂ ਦਿਨ ਮਨਾ ਰਹੇ ਆ, ਇਹ 1908 ਦੇ ਵਿੱਚ ਇਹਦਾ ਜਨਮ ਹੋਇਆ ਜੀ। ਇਹਦੇ ਪਿਛੋਕੜ 'ਚ ਆਪਾਂ ਜਾਣਦੇ ਆ, ਜਦੋਂ ਆਪਾਂ ਗੱਲ ਕਰਾਂਗੇ ਵੀ ਅਲੱਗ-ਅਲੱਗ ਧਰਮਾਂ ਨੇ ਔਰਤ ਦੇ ਹੱਕ ਦੇ ਵਿੱਚ ਕੀ ਆਵਾਜ਼ ਮਾਰੀ ਜਾਂ ਨਹੀਂ ਮਾਰੀ, ਠੀਕ ਨਹੀਂ, ਜਾਂ ਉਹ ਗ੍ਰੰਥਾਂ ਦੇ ਜੇ ਮਾਰੀ ਤਾਂ ਗ੍ਰੰਥਾਂ ਦੇ ਵਿੱਚ ਹੀ ਲਿਖੀ ਰਹਿ ਗਈ, ਉਹ ਗਰਾਊਂਡ ਤੇ ਇੰਪਲੀਮੈਂਟ ਨਹੀਂ ਹੋ ਸਕਦੀ, ਠੀਕ ਨਹੀਂ। ਬਿਲਕੁਲ। ਇਹ ਹੁਣ ਮਾੜਾ ਜਿਹਾ ਮਹਿਲਾ ਦਿਵਸ ਜੋ ਮਨਾਇਆ ਜਾ ਰਿਹਾ, ਇਹਦਾ ਪਿਛੋਕੜ ਇਹ ਆ ਵੀ 1908-9 ਦੇ ਵਿੱਚ ਇੱਕ ਮਜ਼ਦੂਰ ਅੰਦੋਲਨ ਪੈਦਾ ਹੋਇਆ ਜੀ। ਬਿਲਕੁਲ। ਮਜ਼ਦੂਰ ਅੰਦੋਲਨ ਸਿਰਫ ਔਰਤਾਂ ਦਾ, 10-15 ਹਜ਼ਾਰ ਮਜ਼ਦੂਰ ਔਰਤਾਂ ਨੇ ਇਕੱਠੀਆਂ ਹੋ ਕੇ ਨਿਊਯਾਰਕ ਸ਼ਹਿਰ ਦੇ ਵਿੱਚ ਮਾਰਚ ਕੀਤਾ, ਪ੍ਰੋਟੈਸਟ ਕੀਤਾ ਕਿ ਸਾਨੂੰ ਵੀ ਬਰਾਬਰ ਦੇ ਅਧਿਕਾਰ ਦੇਵੋ, ਸਾਨੂੰ ਫੈਕਟਰੀਆਂ ਜਿੱਥੇ ਦੀ ਕੰਮ ਕਰਦੇ ਉੱਥੇ ਸਾਨੂੰ ਬਰਾਬਰ ਦੀ ਤਨਖਾਹ ਮਿਲਣੀ ਚਾਹੀਦੀ ਹੈ, ਸਾਨੂੰ ਵੋਟ ਦਾ ਵੀ ਅਧਿਕਾਰ ਚਾਹੀਦਾ, ਸਾਨੂੰ ਪ੍ਰਾਪਰਟੀਆਂ 'ਚ ਬਰਾਬਰ ਅਧਿਕਾਰ ਚਾਹੀਦਾ, ਸਾਨੂੰ ਪ੍ਰੈਗਨੈਂਸੀ ਆ ਜਾਂ ਉਹਦੇ ਦੌਰਾਨ ਵੀ ਜਿਹੜੀਆਂ ਉਹ ਸਹੂਲਤਾਂ ਚਾਹੀਦੀਆਂ। ਇਹ ਸ਼ੁਰੂਆਤ ਕੀਤੀ ਗਈ ਇਸ ਚੀਜ਼ ਦੀ ਜੀ। ਲੋਕਾਂ ਨੇ ਬਹੁਤ ਹੀ ਇਸ ਚੀਜ਼ ਨੂੰ ਉਤਸ਼ਾਹਿਤ ਕੀਤਾ। ਇਹਦੇ ਵਿੱਚੋਂ ਸਮਝ ਲਓ ਵੀ ਜਿਹੜਾ ਮਹਿਲਾ ਦਿਵਸ ਅੱਜ ਮਨਾਇਆ ਜਾ ਰਿਹਾ, ਉਹ ਇਹਦੇ ਵਿੱਚੋਂ ਪੈਦਾ ਹੋਇਆ। ਤੇ ਜਦੋਂ ਇਹ ਫਿਰ ਅੱਗੇ ਨੂੰ ਵੱਧਦਾ 1911 ਦੇ ਵਿੱਚ ਇਹਨੂੰ ਸਭ ਤੋਂ ਵੱਧ ਹੱਲਾਸ਼ੇਰੀ ਯੂਰਪ ਦੇ ਵਿੱਚੋਂ ਮਿਲੀ। 1911 ਦੇ ਵਿੱਚ 17 ਦੇਸ਼ਾਂ ਦੀਆਂ ਮਹਿਲਾਵਾਂ ਨੇ ਇਕੱਠੇ ਹੋ ਕੇ ਇੰਟਰਨੈਸ਼ਨਲ ਸੋਸ਼ਲਿਸਟ ਵਿਮਨ ਕਾਨਫਰੰਸ ਰੱਖ ਲਈ। ਤਕਰੀਬਨ 100
ਚੜ੍ਹਦੀ ਕਲਾ ਵਾਲੀਆਂ ਬੀਬੀਆਂ ਨੇ ਉਹ 'ਚ ਭਾਗ ਲਿਆ, ਤਕਰੀਰਾਂ ਹੋਈਆਂ, ਆਪਣੇ ਹੱਕਾਂ ਦੀ ਗੱਲ ਕੀਤੀ, ਲੋਕਾਂ ਨੂੰ ਦੱਸਿਆ, ਜਗਾਇਆ। ਉਹਦੇ ਵਿੱਚ ਇੱਕ ਮਹਾਨ ਔਰਤ ਦਾ ਨਾਂ ਜ਼ਿਕਰ ਆਉਂਦਾ ਆ, ਜਰਮਨ ਦੀ ਜਿਹੜੀ ਔਰਤ ਆ, ਕਲੈਰਾ ਜੈਟਕਿਨ। ਉਹ ਬੜੀ ਬਹਾਦਰ ਸੀ। ਉਹ ਦੁਨੀਆ 'ਚ ਜਿੱਥੇ ਵੀ ਕੋਈ ਗਲਤ ਕੰਮ ਹੁੰਦਾ ਸੀ, ਔਰਤ ਦੇ ਐਟਰੋਸਿਟੀ ਹੁੰਦੀ ਸੀ, ਉਹਦੇ ਲਈ ਉਹ ਆਵਾਜ਼ ਬੁਲੰਦ ਕਰਦੀ ਸੀ ਜੀ। ਇਹ ਹੌਲੀ ਹੌਲੀ ਅੰਦੋਲਨ ਅੱਗੇ ਨੂੰ ਵੱਧਦਾ ਗਿਆ। ਕਲੈਰਾ ਜੈਟਕਨ ਨੇ ਹੀ ਇਹ ਗੱਲ ਕਹੀ ਸੀ ਕਿ ਸਾਲ ਦੇ ਵਿੱਚ ਇੱਕ ਦਿਨ ਇਹ ਮੁਕਰਰ ਕੀਤਾ ਜਾਵੇ ਜਦੋਂ ਹਰ ਦੇਸ਼ ਦੀਆਂ ਔਰਤਾਂ ਇਕੱਠੀਆਂ ਹੋ ਕੇ ਸੈਮੀਨਾਰ ਕਰਨ, ਕਾਨਫਰੰਸਾਂ ਕਰਨ, ਤਕਰੀਰਾਂ ਕਰਨ, ਤੇ ਜਿਹੜੇ ਮਹਾਨ ਔਰਤਾਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਵੇ ਤੇ ਉਹਨਾਂ ਦੇ ਹੱਕਾਂ ਬਾਰੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ। ਫਿਰ 1916-17 ਦੇ ਵਿੱਚ ਇਹਦੇ ਵਿੱਚ ਮੇਨ ਭੂਮਿਕਾ ਜਿਹੜੀ ਨਿਭਾਈ ਆ ਜਰਮਨੀ, ਡੈਨਮਾਰਕ, ਸਵਿਟਜ਼ਰਲੈਂਡ, ਇਹ 4-5 ਕੰਟਰੀ ਜਿਹੜੇ ਆ ਇਹਨਾਂ ਨੇ ਵੱਧ ਚੜ ਕੇ ਯੋਗਦਾਨ ਪਾਇਆ। ਫਿਰ 1917-18 ਜਦੋਂ ਪਹਿਲੀ ਫਸਟ ਵਰਲਡ ਵਾਰ, ਉਸ ਸਮੇਂ ਰਸ਼ੀਆ ਦੇ ਵਿੱਚੋਂ ਵੀ ਅੰਦੋਲਨ ਉੱਠਿਆ, ਲਹਿਰ ਉੱਠੀ। ਬੀਬੀਆਂ ਨੇ, ਕਿਉਂਕਿ ਉਸ ਵੇਲੇ ਫੂਡ ਦੀ, ਰਾਸ਼ਨ ਦੀ, ਅਨਾਜ ਦੀ ਘਾਟ ਪੈ ਗਈ, ਨੇ ਇੱਕ ਅੰਦੋਲਨ ਸ਼ੁਰੂ ਕੀਤਾ, ਬ੍ਰੈਡ ਐਂਡ ਪੀਸ, ਕਿ ਰੋਟੀ ਚਾਹੀਦੀ ਹੈ ਤੇ ਸ਼ਾਂਤੀ ਚਾਹੀਦੀ ਸਾਨੂੰ। ਲੋਕੀ ਭੁੱਖੇ ਮਰ ਰਹੇ ਆ ਵੀ ਇਹ ਜੰਗਾਂ ਦੇ ਵਿੱਚ ਕੁਝ ਨਹੀਂ ਰੱਖਿਆ, ਤੁਸੀਂ ਮਨੁੱਖਤਾ ਦੀ ਤਬਾਹੀ ਕਰ ਰਹੇ ਆ, ਅਨਾਜ ਦੀ ਵੀ ਤਬਾਹੀ ਕਰ ਰਹੇ, ਕੁਦਰਤ ਦੀ ਵੀ ਤਬਾਹੀ ਕਰ ਰਹੇ। ਉਹ ਬਹੁਤ ਸਕਸੈਸ ਹੋਇਆ। ਇਹ ਸਾਰਾ ਹੀ ਮਹਿਲਾ ਦਿਵਸ ਦੇ ਨਾਲ ਅੱਗੇ ਨੂੰ ਵੱਧਦਾ। ਫਿਰ ਯੂਐਨਓ ਨੇ 1975 ਚ ਇਹਦਾ ਇੱਕ ਪ੍ਰੋਗਰਾਮ ਰੱਖਿਆ ਗਿਆ, ਫਿਰ 77 ਦੇ ਵਿੱਚ ਰੱਖਿਆ ਤੇ ਇਹਨੂੰ ਡਿਕਲੇਅਰ ਕਰ ਦਿੱਤਾ ਕਿ 8 ਮਾਰਚ ਨੂੰ ਜਿਹੜਾ ਹਰ ਸਾਲ ਮਨਾਇਆ ਜਾਏ। ਅੱਜ ਹਰ ਦੇਸ਼ ਦੇ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ। ਪਰ ਇਹਦਾ ਜੇ ਅਸੀਂ ਹੁਣ ਪਿਛੋਕੜ ਵੱਲ ਜਾਈਏ, ਬਾਬਾ ਨਾਨਕ ਜੀ ਨੇ 500-600 ਸਾਲ ਪਹਿਲਾਂ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਜਿਹੜਾ ਤੁਸੀਂ ਸ਼ਬਦ ਵੀ ਪਲੇ ਕੀਤਾ ਪਹਿਲਾਂ ਮੋਹਰੇ, ਉਹ ਸਾਰਾ ਹੀ ਮਹਿਲਾ ਦਿਵਸ ਨੂੰ ਸਮਰਪਿਤ ਆ। ਜਿਹੜੀ ਗੱਲ 100-150 ਸਾਲ ਪਹਿਲਾਂ ਲੋਕਾਂ ਨੇ ਉਜਾਗਰ ਕੀਤੀ, ਪਰ ਇਹ ਚਾਹੀਦੀ ਕਿਹਨੂੰ ਨਹੀਂ ਸੀ ਕਰਨੀ, ਜਿਨ੍ਹਾਂ ਦੇ ਗ੍ਰੰਥ 'ਚ ਲਿਖੀ ਗਈ ਸੀ ਉਹਨਾਂ ਨੂੰ ਇਹਦੇ ਵਿੱਚ ਮੋਹਰੀ ਹੋ ਕੇ ਯੋਗ ਭੂਮਿਕਾ ਨਿਭਾਉਣੀ ਚਾਹੀਦੀ ਸੀ, ਪਰ ਉਹ ਸੁੱਤੇ ਰਹੇ। ਉਹਨਾਂ ਦੇ ਗੁਰੂ ਨੇ ਗੱਲ ਲਿਖੀ ਹੋਈ ਸੀਗੀ ਕਿ ਭੰਡ ਜੰਮੀਏ ਭੰਡ ਨਿਮੀਏ, ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ। ਬੜੀ ਤਕੜੀ ਗੱਲ ਇੱਕ ਇਨਕਲਾਬ ਮਹਾਰਾਜ ਨੇ ਇਹ ਬਾਣੀ ਦੇ ਵਿੱਚ ਲਿਖਿਆ ਕਿ ਜਿਸ ਨੂੰ ਤੁਸੀਂ ਦਿਨ ਰਾਤ ਨਿੰਦਦੇ ਆ, ਪੈਰ ਦੀ ਜੁੱਤੀ ਬਣਾਇਆ, ਉਹਦੇ ਹੱਕਾਂ ਦੀ ਵਾਇਲੇਸ਼ਨ ਕਰਦੇ ਆ, ਠੀਕ ਨਹੀਂ? ਉਹਦੀ ਕੁੱਖ ਤੋਂ ਹੀ ਆਪਾਂ ਜਨਮ ਲਈਏ। ਭੰਡ ਦਾ ਮਤਲਬ ਹੁੰਦਾ ਔਰਤ। ਉਹਦਾ ਹੀ ਦੁੱਧ ਪੀ ਕੇ, ਉਹਦੇ ਹੀ ਖੂਨ ਦੇ ਨਾਲ ਅਸੀਂ ਵੱਡੇ ਹੁੰਨੇ ਆ। ਵੱਡੇ ਹੋ ਕੇ ਫਿਰ ਔਰਤ ਦੇ ਨਾਲ ਹੀ ਵਿਆਹ ਹੁੰਦਾ ਹੈ, ਉਹਦੇ ਨਾਲ ਹੀ ਦੋਸਤੀ ਹੁੰਦੀ ਹੈ। ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ। ਤੇ ਔਰਤ ਹੀ ਕਿਹੋ ਜਿਹਾ ਜਰੀਆ ਜਿਹਦੇ ਨਾਲ ਸੰਸਾਰ ਅੱਗੇ ਚੱਲਦਾ ਹੈ, ਅੱਗੇ ਉਹਦੀ ਉਤਪਤੀ ਹੁੰਦੀ ਹੈ, ਤੁਰਦਾ ਹੈ। ਭੰਡ ਮੂਆ ਭੰਡ ਭਾਲੀਏ, ਭੰਡ ਹੋਵੇ ਬੰਧਾਨ, ਕਿ ਜਦੋਂ ਕਿਸੇ ਔਰਤ, ਮੰਨ ਲਓ ਕੋਈ ਔਰਤ ਕਿਸੇ ਬੰਦੇ ਦੀ ਘਰ ਵਾਲੀ ਦੀ ਮੌਤ ਹੋ ਜਾਵੇ, ਉਹ ਫਿਰ ਹੋਰ ਔਰਤ ਨੂੰ ਭਾਲਦਾ ਆ, ਫਿਰ ਉਹਨਾਂ ਵਿਆਹ ਕਰਵਾਉਂਦਾ ਆ, ਫਿਰ ਹੋਰ ਰਿਸ਼ਤੇ ਨਾਤੇ ਪੈਦਾ ਹੁੰਦੇ ਆ, ਠੀਕ ਨਹੀਂ? ਤੇ ਮਹਾਰਾਜ ਕਹਿੰਦੇ ਫੇਰ ਵੀ ਤੂੰ ਉਹਨੂੰ ਮਾੜਾ ਆਖਦਾ, ਲਾਹਣ ਤੇ ਆ ਤੇਰੇ ਦਿਓ। ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਜਾਨ, ਵੀ ਤੂੰ ਫੇਰ ਵੀ ਮਾੜਾ ਆਖਦਾ। ਉਹਦੀ ਕੁੱਖ ਤੋਂ ਰਾਜੇ ਮਹਾਰਾਜਿਆਂ ਦੇ ਜਨਮ ਹੁੰਦੇ ਆ। ਜੀ ਬਿਲਕੁਲ, ਠੀਕ ਨਹੀਂ? ਇਸ ਕਰਕੇ ਗੁਰੂ ਸਾਹਿਬ ਨੇ ਉਹ 500-600 ਸਾਲ ਪਹਿਲਾਂ, ਕਿਉਂਕਿ ਮਹਾਰਾਜ ਦੇ ਅੱਖਾਂ ਦੇ ਸਾਹਮਣੇ ਇਹ ਵਾਇਲੇਸ਼ਨ ਹੋ ਰਹੀ ਕਿ ਸਤੀ ਪ੍ਰਥਾ ਦੇ ਰੂਪ ਦੇ ਵਿੱਚ, ਦਾਜ ਪ੍ਰਥਾ ਦੇ ਰੂਪ ਦੇ ਵਿੱਚ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਲੁੱਟਿਆ ਜਾਂਦਾ ਸੀ, ਉਹਨਾਂ ਨੂੰ ਜਿਉਂਦਿਆਂ ਨੂੰ ਜਾਲਿਆ ਜਾਂਦਾ ਸੀ, ਠੀਕ ਨਹੀਂ? ਤੇ ਇਸ ਕਰਕੇ ਇਹ ਇੱਕ ਆਪਾਂ ਜਿਹੜਾ ਇੱਕ ਛੋਟਾ ਜਿਹਾ ਪਿਛਲਾ ਆਪਾਂ ਇਹਦਾ ਸ਼ਬਦਾਂ ਦੇ ਵਿੱਚ ਪਿਛੋਕੜ ਦੀ ਗੱਲ ਕੀਤੀ ਆ। ਤੇ ਵੈਸੇ ਸਿੱਖ ਧਰਮ ਦੇ ਵਿੱਚ ਬੜੀ ਮਹਾਨਤਾ, ਔਰਤ ਨੂੰ ਬਰਾਬਰਤਾ, ਗੁਰੂ ਸਾਹਿਬ ਦੀ ਖਾਲਸਾ ਪੰਥ ਦੀ ਸਿਰਜਣਾ, ਔਰ ਬੜੀਆਂ ਮਹਾਨ ਔਰਤਾਂ ਹੋਈਆਂ।
ਸਿੱਖ ਇਤਿਹਾਸ ਦੇ ਵਿੱਚ ਜੀ ਮਾਤਾ ਭਾਗੋ ਜੀ, ਮਾਤਾ ਸੁੰਦਰੀ ਜੀ, ਠੀਕ ਨਹੀਂ, ਮਾਤਾ ਸ਼ਰਨ ਕੌਰ ਜੀ, ਬਹੁਤ ਮਹਾਨ ਔਰਤਾਂ ਪੈਦਾ। ਤੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਹਾਂਜੀ, ਹਾਂਜੀ ਬਈ ਜਿਸ ਚੀਜ਼ ਲਈ ਸਾਨੂੰ ਸਭ ਤੋਂ ਮੋਹਰੀ ਹੋ ਕੇ ਤੁਰਨਾ ਚਾਹੀਦਾ ਸੀਗਾ, ਪਰ ਸਾਡੇ ਲੀਡਰ ਪ੍ਰਚਾਰਕ ਉਹ ਚੀਜ਼ ਨੂੰ ਵਰਲਡ ਦੇ ਵਿੱਚ ਨਹੀਂ ਦੱਸ ਸਕੇ ਕਿ ਸਾਡੇ ਬਾਬੇ ਨਾਨਕ ਨੇ 500-600 ਸਾਲ ਪਹਿਲਾਂ ਹੂੰ ਜੋ ਮਹਿਲਾ ਦਿਵਸ ਉਹਦੀ ਨੀਂਹ ਰੱਖ ਦਿੱਤੀ ਸੀ, ਮਹਿਲਾ ਦਿਵਸ ਤੇ, ਹੂੰ ਠੀਕ ਹੈ ਨਹੀਂ। ਹਾਂਜੀ ਇਹ ਇਸ ਚੀਜ਼ ਦੀ ਮਹਾਨਤਾ ਆ। ਔਰ ਬੜੀ ਕਮਾਲ ਦੀ ਗੱਲ ਆ ਕਿ ਭਾਰਤ ਦੀ ਧਰਤੀ ਦੇ ਉੱਪਰ ਔਰਤ ਦੇ ਹੱਕਾਂ ਦੀ ਵਾਇਲੇਸ਼ਨ ਹੁੰਦੀ ਰਹੀ ਹੈ। ਜੇ ਕਿਸੇ ਦੇ ਘਰ ਦੇ ਵਿੱਚ ਦੋ ਔਰਤਾਂ, ਦੋ ਬੱਚੇ ਹੁੰਦੇ ਸੀ, ਮਤਲਬ ਕਿਸੇ ਪੇਰੈਂਟਸ ਦੇ ਮਾਪਿਆਂ ਦੇ ਦੋ ਲੜਕੀਆਂ ਸੀ ਜਾਂ ਇੱਕ ਲੜਕੀ ਸੀ, ਬਾਪ ਕੋਲ ਮੁੰਡਾ ਨਹੀਂ ਹੁੰਦਾ ਸੀ ਨਾ, ਹਾਂਜੀ ਉਹ ਪ੍ਰਾਪਰਟੀ ਜਿਹੜੀ ਆ, ਉਹਦੀ ਧਨ ਦੌਲਤ, ਉਹਦੀ ਜ਼ਮੀਨ, ਉਹ ਸਾਰੀ ਹੀ ਬ੍ਰਾਹਮਣ ਦੇ ਖਾਤੇ ਜਾਂਦੀ ਸੀ, ਪੁਜਾਰੀ ਦੇ ਮੰਦਿਰ ਨੂੰ, ਹਿੰਦੂ ਮੰਦਿਰ ਨੂੰ ਜਾਂਦੀ ਸੀ। ਉਹ ਜਿਹੜੀ ਬੱਚੀ ਆ ਉਹ ਆਪਣੇ ਮਾਂ ਪਿਓ ਦੀ ਉਸ ਮਾਂ ਵੀ ਅਧਿਕਾਰ ਹੈ ਨਹੀਂ, ਮਾਂ ਦਾ ਵੀ ਅਧਿਕਾਰ ਹੈ ਨਹੀਂ ਸੀਗਾ, ਪਿਓ ਦੀ ਪ੍ਰਾਪਰਟੀ ਦੀ ਹੱਕਦਾਰ ਨਹੀਂ ਹੁੰਦੀ ਸੀ। ਜੀ ਬਿਲਕੁਲ ਇਸੇ ਕਰਕੇ ਬਾਬੇ ਨਾਨਕ ਨੇ ਇਹ ਨਾਰਾ ਮਾਰਿਆ ਤੇ ਬਰਾਬਰਤਾ ਦਾ ਅਧਿਕਾਰ ਦਿੱਤਾ ਸੀਗਾ। ਜੀ ਪਰ ਇਹ ਗਰਾਊਂਡ ਦੇ ਉੱਪਰ ਬੜਾ ਔਖਾ ਇਸ ਨੂੰ ਇੰਪਲੀਮੈਂਟ ਕਰਨਾ ਸੀ। ਤਾਂ ਜਦੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਸੰਵਿਧਾਨ ਬਣਾਇਆ ਹਨਾ, ਹਾਂਜੀ ਤੇ ਸਰ ਛੋਟੂ ਰਾਮ ਜੀ ਨੇ ਉਹਨਾਂ ਨੇ ਔਰਤਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ। ਉਹ ਪ੍ਰੈਗਨੈਂਸੀ ਦੌਰਾਨ ਉਹਨਾਂ ਨੂੰ ਛੁੱਟੀਆਂ, ਉਹਦੀ ਵੀ ਉਹਨਾਂ ਨੂੰ ਜਿੱਦਾਂ ਪੇ ਮਿਲਦੀ ਸੀਗੀ, ਉਹਨਾਂ ਦਾ ਪ੍ਰੋਪਰ ਇਲਾਜ, ਡਾਕਟਰੀ ਸੇਵਾਵਾਂ, ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ, ਇਹ ਡਾਕਟਰ ਅੰਬੇਡਕਰ ਦੇ ਸੰਵਿਧਾਨ ਦੇ ਮੁਤਾਬਕ ਮਿਲਿਆ। ਪਹਿਲਾਂ ਔਰਤ ਵੋਟ ਹੀ ਨਹੀਂ ਪਾ ਸਕਦੀ। ਉਹ ਦੱਸੋ ਤੁਸੀਂ। ਹੂੰ ਅੱਛਾ, ਇੱਥੇ ਇੱਕ ਆਪਾਂ ਜ਼ਿਆਦਾ ਲੰਬੀ ਨਾ ਗੱਲ ਕਰਦੇ ਹੋਏ ਇੱਕ ਤੁਹਾਨੂੰ ਮੈਂ ਕੁਐਸਚਨ ਕਰਦਾ। ਅੱਜ ਮੈਂ ਵੀ ਸੁਣ ਰਿਹਾ ਸੀ ਪੋਸਟਾਂ ਦੇ ਵਿੱਚ ਜੀ, ਤੇ ਉਹ ਕਾਫੀ, ਉਹ ਜਦੋਂ ਕੁਐਸਚਨ ਕਰਦੇ ਤੇ ਉਹ ਸਵਾਲ ਆਉਂਦਾ, ਕਹਿੰਦੇ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਆ ਜੀ, ਤੇ ਜੇ ਜਿੱਦਾਂ ਹੁਣ ਤੁਸੀਂ ਜੇ ਆਪਾਂ ਸੋਚੀਏ ਵੀ ਇੱਕ ਔਰਤ ਜਦੋਂ ਪ੍ਰੈਗਨੈਂਟ ਹੁੰਦੀ ਆ ਤੇ ਉਹ ਜੇ ਟੈਸਟਿੰਗ ਦੇ ਵਿੱਚ ਬੇਬੀ ਜੇ ਗਰਲ ਆ ਤੇ ਉਹ ਜੇ ਉਸਨੂੰ ਅਬੋਰਸ਼ਨ ਕਰਾਉਂਦੇ ਆ ਹਨਾ, ਅੱਜ ਕੱਲ ਇਹ ਟ੍ਰੈਂਡ ਬਹੁਤ ਜ਼ਿਆਦਾ, ਪਰ ਉਹਦੇ ਵਿੱਚ ਉਹਨਾਂ ਨੇ ਬਲੇਮ ਫਿਰ ਔਰਤ ਨੂੰ ਕਰਤਾ। ਤੁਹਾਡਾ ਕੀ ਖਿਆਲ ਹੈ? ਵੀ ਮੇਰੇ ਖਿਆਲ ਨਾਲ ਤਾਂ ਜੇ ਔਰਤ ਦੇ ਉੱਤੇ ਪ੍ਰੈਸ਼ਰ ਪਾਉਂਦੇ ਆ ਤਾਂ ਫਿਰ ਉਹ ਔਰਤ ਜਿਹੜੀ ਮਜਬੂਰ ਹੋ ਜਾਂਦੀ। ਤੁਹਾਡਾ ਇਹਦੇ ਵਿੱਚ ਕੀ ਕਿਤੇ ਕੀ ਵਿਚਾਰ ਹੈ? ਅਸਲ ਦੇ ਵਿੱਚ ਇੱਕ ਔਰਤ ਹੀ ਔਰਤ ਦੀ ਵੈਰੀ। ਆਪਾਂ ਜਿਹੜੀ ਗੱਲ ਦੇਖੋ, ਇਹ ਹਰ ਕੰਟਰੀ ਦੇ ਵਿੱਚ, ਹਰ ਸਮਾਜ ਦੇ ਉੱਪਰ ਨਹੀਂ ਇਹ ਗੱਲ ਢੁਕਦੀ ਹੈਗੀ। ਸਾਡੇ ਸਮਾਜ ਤੇ ਮੈਂ ਮੰਨਦਾ ਵੀ ਇੱਕ ਜਿਹੜਾ ਕਰਪਟ ਸਮਾਜ ਆ, ਜਿਹੜਾ ਇੱਕ ਸਮਾਜਿਕ ਕਦਰਾਂ ਕੀਮਤਾਂ ਤੋਂ ਥੱਲੇ ਡਿੱਗ ਚੁੱਕਾ ਸਮਾਜ ਆ, ਉਹਦੇ ਵਿੱਚ ਇਹ ਗੱਲ ਕਿਸੇ ਹੱਦ ਤੱਕ ਸਹੀ ਮੰਨੀ ਜਾ ਸਕਦੀ। ਉਹਦਾ ਰੀਜ਼ਨ ਵੀ ਇਹੀ ਆ ਕਿ ਉਸ ਔਰਤ ਦਾ ਪਾਲਣ ਪੋਸ਼ਣ ਹੀ ਇਹੋ ਜਿਹੇ ਸਮਾਜ ਦੇ ਵਿੱਚ ਕੀਤਾ ਗਿਆ ਜਿਸ ਨੂੰ ਪੈਰ ਦੀ ਜੁੱਤੀ ਹੀ ਬਣਾਇਆ ਗਿਆ, ਜਿਸ ਨੂੰ ਮਤਲਬ ਸ਼ੁਰੂ ਤੋਂ ਹੀ ਉਹਦੇ ਦਿਮਾਗ 'ਚ ਇਹ ਗੱਲ ਪਾ ਦਿੱਤੀ ਹੈ, ਮਰ ਜਾਣੀਏ, ਇਹ ਡੁੱਬ ਜਾਣੀਏ, ਇਹ ਖਸਮਾਂ ਨੂੰ ਖਾਣੀਏ। ਜਦੋਂ ਸ਼ੁਰੂ ਤੋਂ ਹੀ ਉਹਦੇ ਮਨ 'ਚ ਇਹੋ ਜਿਹੀਆਂ ਗੱਲਾਂ ਪਾ ਦਿੱਤੀਆਂ ਤੇ ਜਿਹੜਾ ਮੇਲ ਆ ਉਸ ਨੂੰ ਜ਼ਿਆਦਾ ਉੱਪਰ ਰੱਖਿਆ ਗਿਆ ਹੈ, ਬੱਚਾ ਰਾਈਟ ਜਿਹੜਾ, ਉਹ ਕੁਦਰਤੀ ਗੱਲ ਆ ਕਿ ਉਹਨੇ ਵੱਡੀ ਹੋ ਕੇ ਉਹਦੀ ਫਿਰ ਨੇਚਰ ਦਾ ਸੁਭਾਅ ਹੋ ਜਾ ਬਣਨਾ ਹੀ ਬਣਨਾ ਆ। ਠੀਕ ਹੈ ਨਾ। ਹੁਣ ਮੈਂ ਤੁਹਾਨੂੰ ਇੱਥੇ ਗੱਲ ਐਡ ਕਰ ਦਿੰਦਾ ਵੱਡੇ ਲੈਵਲ ਤੇ, ਪਹਿਲਾਂ ਆਪਾਂ ਕਰ ਲਈਏ ਜੀ। ਪਿੰਡਾਂ ਦੇ ਵਿੱਚ ਜਦੋਂ ਲੋਹੜੀਆਂ ਮਨਾਈਆਂ ਜਾਂਦੀਆਂ, ਹਾਂਜੀ ਭਾਈ ਸਾਹਿਬ, ਜਿਹੜੇ ਬੇਬੀ ਬੁਆਏ ਆ ਉਹਨਾਂ ਦੀਆਂ ਲੋਹੜੀਆਂ ਮਨਾਈਆਂ ਦਿੱਤੀਆਂ ਜਾਂਦੀਆਂ। ਫੀਮੇਲ ਬੱਚਿਆਂ ਦੀ ਲੋਹੜੀਆਂ ਨਹੀਂ ਕੋਈ ਮਨਾਉਂਦਾ, ਤੇ ਨਾ ਹੀ ਕੋਈ ਰੱਬ ਦੇ ਅੱਗੇ ਅਰਦਾਸ ਕਰਦਾ ਕਿ ਰੱਬਾ ਸਾਨੂੰ ਕੁੜੀ ਦੇਈ, ਰੱਬਾ ਸਾਨੂੰ ਧੀ ਰਾਣੀ ਦੇਈ। ਕੋਈ ਅਰਦਾਸ ਬੇਨਤੀ ਨਹੀਂ ਕਰਦਾ। ਬਿਲਕੁਲ। ਹਰ ਇੱਕ ਬੰਦਾ ਰੱਬ ਦੇ ਘਰ, ਗੁਰਦੁਆਰੇ ਸਾਰੇ ਪੁੱਤ ਮੰਗਣ ਹੀ ਜਾਂਦੇ ਆ, ਮੁੰਡੇ ਮੰਗਣ ਹੀ ਜਾਂਦੇ ਆ। ਸੰਤ ਬਾਬਿਆਂ ਦੇ ਕੋਲ ਵੀ ਕੋਈ ਕੁੜੀ ਮੰਗਣ ਨਹੀਂ ਜਾਂਦਾ। ਠੀਕ ਨੇ। ਇਸ ਕਰਕੇ ਉਹ ਇੱਕ ਸਮਾਜ ਇੱਕ ਕਰਪਟ ਇੰਨਾ ਜ਼ਿਆਦਾ ਹੋ ਚੁੱਕਿਆ, ਜਿਹੜਾ ਗੱਲਾਂ ਬਾਤਾਂ ਦੇ ਨਾਲ ਤਾਂ ਕਹਿੰਦਾ ਮੈਂ ਸਮਾਨ ਤੋਂ ਤਾਰੇ ਤੋੜ ਲਿਆਉਂਗਾ, ਬਾਤ ਨਹੀਂ ਅਸਮਾਨ ਗਰਾਵੇ। ਠੀਕ ਨੇ, ਜਿੱਦਾਂ ਗੁਰੂ ਮਹਾਰਾਜ ਕਹਿੰਦੇ, ਪਰ ਉਹ ਪ੍ਰੈਕਟੀਕਲੀ ਗੱਲ ਨਹੀਂ। ਅਸੀਂ ਚੰਗੀਆਂ ਚਾਰੀ ਬੁਰੀਆਂ, ਮਨੁੱਖ ਸੁੱਧਾ ਕਾਲੀਆਂ,
ਬਾਹਰ ਚਿੱਟੇ ਬਾਹਰੋਂ ਦੇਖਣ ਨੂੰ ਤਾਂ ਅਸੀਂ ਬਹੁਤ ਸੋਹਣੇ ਲੱਗਦੇ, ਚਿੱਟੇ ਬਗਲੇ ਭਗਤ ਆ ਅਸਲ ਦੇ ਵਿੱਚ। ਸਾਡੇ ਇਹਨੇ ਹੂੰ। ਘਟੀਆ ਇਨਸਾਨ ਇਸ ਦੁਨੀਆ ਦੇ ਵਿੱਚ ਨਹੀਂ ਹੋਣੇ ਹੈਗੇ। ਦੱਸੋ ਕਿਹੜਾ ਬਿਲਕੁਲ। ਕੰਟਰੀ ਹੈ ਜਿੱਥੇ ਲੋਹੜੀਆਂ ਮੁੰਡਿਆਂ ਦੀਆਂ ਮਨਾਈਆਂ ਜਾਂਦੀਆਂ, ਧੀਆਂ ਦੀ ਲੋਹੜੀ ਕੌਣ ਮਨਾਉਂਦਾ ਯਾਰ? ਹੁਣ ਜੀ ਦੇਖੋ ਦੇਖੀ ਬਿਲਕੁਲ। ਮਾੜਾ ਮੋਟਾ ਸ਼ੁਰੂਆਤ ਹੋਈ ਹੈ। ਹੂੰ। ਫਿਰ ਜਿੰਨੇ ਗੀਤ ਗਾਣੇ ਆ, ਜਾਂ ਇਹ ਪਰਾਇਆ ਧਨ ਆ ਜੀ, ਇਹਨੇ ਚਿੜੀਆਂ ਦਾ ਔੜ ਜਾਣਾ, ਇਹਨਾਂ ਨੇ ਪਰਾਏ ਦੇਸ਼ ਚੱਲ ਜਾਣਾ, ਉਹ ਇਹੋ ਜਿਹੀ ਗੱਲਾਂ ਕਰ ਕਰਕੇ ਇੱਕ ਉਸ ਜੀਵ ਦੇ ਸ਼ੁਰੂ ਤੋਂ ਹੀ ਮਨ ਦੇ ਵਿੱਚ ਇਨਫੀਰਿਟੀ ਕੰਪਲੈਕਸ, ਇੱਕ ਬਗਾਨਾਪਨ, ਇੱਕ ਪਰਾਇਆਪਨ ਜਿਹਾ ਪੈਦਾ ਕਰ ਦਿੱਤਾ ਗਿਆ। ਹੋਰ ਮੈਂ ਤੁਹਾਨੂੰ ਦੱਸਦਾ, ਡਾਕਟਰ ਅੰਬੇਡਕਰ ਨੇ ਹਿੰਦੂ ਕੋਡ ਬਿੱਲ ਬਣਾਇਆ, ਸੰਵਿਧਾਨ ਲੈ ਕੇ, ਕਿ ਔਰਤ ਨੂੰ ਵੋਟ ਪਾਉਣ ਦਾ ਵੀ ਅਧਿਕਾਰ ਆ, ਇਹ ਆਪਣੇ ਮਾਂ ਪਿਓ ਦੀ ਪ੍ਰਾਪਰਟੀ ਦੀ ਬਰਾਬਰ ਹੱਕਦਾਰ ਹੋਵੇਗੀ, ਇਹ ਜਿਹੜਾ ਕੰਮ ਚਾਹੇ ਪੜ੍ਹ ਲਿਖ ਕੇ ਇਹ ਕਰ ਸਕਦੀ ਆ, ਬਹਾਦਰ ਆ। ਤਾਂ ਸਭ ਤੋਂ ਪਹਿਲਾਂ ਵਿਰੋਧਤਾ ਔਰਤਾਂ ਨੇ ਕੀਤੀ ਸੀ। ਜੰਤਰ ਮੰਤਰ ਬਣਾਉਣ ਦੇ ਵਿੱਚ ਔਰਤਾਂ ਨੇ ਵਿਰੋਧਤਾ ਕੀਤੀ ਸੀ। ਨਹਿਰੂ ਦੀ ਬੁਝਾਰਤ ਸੀਗੀ, ਠੀਕ ਨੇ। ਨਹਿਰੂ ਕਹਿੰਦਾ ਮੈਂ ਕੁਛ ਨਹੀਂ ਕਰ ਸਕਦਾ, ਦੇਸ਼ ਦੀ ਸੰਸਕ੍ਰਿਤੀ ਆ ਵੀ। ਸਭ ਤੋਂ ਜ਼ਿਆਦਾ ਉਹਦੇ ਚ ਮੋਹਰੀ ਔਰਤਾਂ ਕੌਣ ਸੀਗੀਆਂ? ਬ੍ਰਾਹਮਣ ਸਮਾਜ ਦੇ ਵਿੱਚੋਂ ਔਰਤਾਂ ਸੀ। ਜੰਤਰ ਮੰਤਰ ਨੇ ਧਰਨਾ ਮਾਰ ਲਿਆ ਤੇ ਡਾਕਟਰ ਅੰਬੇਡਕਰ ਨੂੰ ਕਹਿੰਦੇ ਤੈਨੂੰ ਜਿਉਂਦੇ ਨੂੰ ਅੱਗ ਲਾ ਦਿਆਂਗੇ, ਵਾਪਸ ਲੈ ਲਾ, ਕਹਿੰਦੇ ਇਹ ਬਿੱਲ ਜਿਹੜਾ ਤੂੰ ਹਿੰਦੂ ਕੋਡ ਬਿੱਲ ਔਰਤਾਂ ਨੂੰ ਬਰਾਬਰਤਾ ਦਾ ਕਾਨੂੰਨ ਲਿਆ ਕੇ ਪੇਸ਼ ਕੀਤਾ, ਗਲਤ ਆ, ਇਹ ਸਾਡੇ ਧਰਮ ਦੇ ਖਿਲਾਫ ਆ। ਬਾਬਾ ਸਾਹਿਬ ਨਹਿਰੂ ਕਹਿੰਦਾ ਮੈਂ ਦੱਸ ਕੀ ਕਰਾਂ, ਮੇਰੇ ਬਸ ਦੀ ਗੱਲ ਹੈ ਨੀ ਗੀ, ਹਨਾ। ਬਾਬਾ ਸਾਹਿਬ ਅੰਬੇਡਕਰ ਕਹਿੰਦੇ ਵੀ ਬਿੱਲ ਪਾਸ ਹੋਊਗਾ, ਜੇ ਤੁਸੀਂ ਬਿੱਲ ਪਾਸ ਨਹੀਂ ਕਰਨਾ, ਮੈਂ ਆਪਣੇ ਕਾਨੂੰਨ ਮੰਤਰੀ ਦਾ ਜਿਹੜਾ ਅਹੁਦਾ ਆ, ਪਦ ਆ, ਉਹ ਤੋਂ ਅਸਤੀਫਾ ਦੇ ਸਕਦਾ, ਪਰ ਮੈਂ ਇਹ ਤੋਂ ਸਟੈਪ ਬੈਕ ਨਹੀਂ ਹੋ ਸਕਦਾ। ਬੜਾ ਉੱਤੇ ਰੌਲਾ ਗੌਲਾ ਪਿਆ, ਉਹ ਮੰਨੇ ਡਾਕਟਰ ਅੰਬੇਡਕਰ ਸਾਹਿਬ ਨੇ ਅਸਤੀਫਾ ਦੇ ਦਿੱਤਾ। ਤੇ ਨਹਿਰੂ ਨਹੀਂ ਚਲਾਕ ਸਕੇ, ਉਹਨੇ ਸੋਚਿਆ, ਬਾਅਦ ਚ ਮਨਾ ਲਿਆ, ਬੀਬੀਆਂ ਨੂੰ ਪਤਾ ਨਹੀਂ ਆਪੇ ਬਿਠਾ ਲਈਆਂ ਹੋਣਗੀਆਂ, ਤੇ ਉਹ ਕਹਿੰਦੇ ਵੀ ਨਹੀਂ ਹੁਣ ਸਮਾਂ ਬਦਲ ਗਿਆ, ਹੁਣ ਦੁਨੀਆ ਬਦਲ ਗਈ ਆ, ਹੁਣ ਬਰਾਬਰਤਾ ਹੋਣੀ ਚਾਹੀਦੀ ਹੈ। ਬਾਅਦ ਚ ਉਹੀ ਕਾਨੂੰਨ ਪਾਸ ਕਰ ਦਿੱਤਾ, ਤੇ ਉਹੀ ਬਾਬਾ ਸਾਹਿਬ ਅੰਬੇਡਕਰ ਦਾ ਬਣਾਇਆ ਹੋਇਆ ਆਰਟੀਕਲ ਅੱਜ ਵੀ ਸੰਵਿਧਾਨ ਦੇ ਵਿੱਚ ਲਾਗੂ ਫਿੱਟ ਕੀਤਾ ਆ। ਪਰ ਅੰਬੇਡਕਰ ਦੇ ਰਾਹੀਂ ਨਹੀਂ ਪਾਸ ਹੋਣ ਦਿੱਤਾ ਸੀਗਾ। ਪਰ ਕਹਿਣ ਤੋਂ ਭਾਵ ਉਹਦੀ ਵਿਰੋਧਤਾ ਸਭ ਤੋਂ ਜ਼ਿਆਦਾ ਹਿੰਦੂ ਔਰਤਾਂ ਨੇ ਕੀਤੀ ਸੀ। ਦੱਸੋ ਇਹ ਤੋਂ ਹੋਰ ਘਟੀਆ ਮਾਨਸਿਕਤਾ ਕੀ ਹੋ ਸਕਦੀ ਹੈ? ਔਰ ਸੋਚੋ, ਅਗਰ ਉਹ ਕਾਨੂੰਨ ਨਾ ਬਣਦਾ ਤੇ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਬਣ ਜਾਂਦੀ। ਫਿਰ ਜੀ ਬਿਲਕੁਲ, ਉਹ ਕਾਨੂੰਨ ਕਰਕੇ ਬਣੀ ਬਾਅਦ ਚ। ਅੱਜ ਜ਼ਮੀਨਾਂ, ਦੌਲਤਾਂ, ਪ੍ਰਾਪਰਟੀਆਂ ਦੇ ਮਾਲਕ ਉਹ ਸੰਵਿਧਾਨ ਦੀ ਬਦੌਲਤ ਆ। ਤੇ ਸਿੱਖ ਧਰਮ ਦੇ ਵਿੱਚ ਬਰਾਬਰਤਾ ਆ, ਬਾਬੇ ਨਾਨਕ ਨੇ 600 ਸਾਲ ਪਹਿਲੇ ਲਿਖ ਦਿੱਤਾ ਜੀ। ਔਰ ਗੁਰੂ ਸਾਹਿਬ ਨੇ ਹੰਕਾਰ ਭੰਨਣ ਦੇ ਲਈ ਮਰਦ ਦਾ ਇਹ ਵੀ ਗੱਲ ਲਿਖੀ ਹੋਈ ਕਿ ਇਸ ਜਗ ਮੇਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਹੁਣ ਇਹ ਮਨੁੱਖ ਦਾ ਮੇਲ ਦਾ ਹੰਕਾਰ ਭੰਨਣ ਲਈ ਮਹਾਰਾਜ ਨੇ ਕਿਹਾ ਕਿ ਇੱਕੋ ਅਕਾਲ ਪੁਰਖ ਪਰਮਾਤਮਾ ਸਾਰਿਆਂ ਦਾ ਮਾਲਕ ਆ, ਤੁਸੀਂ ਸਭ ਜੀਵ ਇਸਤਰੀਆਂ ਦੇ ਸਮਾਨ ਆ। ਧੌਣ ਤੇ ਵਧੀਆ ਗੁਰੂ ਸਾਹਿਬ ਨੇ ਤਾਂ ਕੱਢਿਆ ਆ, ਪਰ ਉਹ ਸਾਡੇ ਵਰਗੇ ਹੰਕਾਰੀ ਨਹੀਂ ਕੱਢਦੇ, ਤਾਂ ਬੱਕਰੀ ਕਰਦੇ। ਜੀ ਬਿਲਕੁਲ। ਅੱਛਾ, ਜਿੱਦਾਂ ਤੁਸੀਂ ਪਿਛੋਕੜ ਦੀ ਗੱਲ ਕੀਤੀ ਡਾਕਟਰ ਅੰਬੇਦਕਰ ਸਾਹਿਬ ਦੇ ਜਿਹੜੇ ਸੰਵਿਧਾਨ ਬਾਰੇ, ਤੇ ਆਪਾਂ ਹੁਣ ਗੱਲ ਕਰਦੇ ਅੱਜ ਦੇ ਜੋ ਟਾਈਮ ਜਿਹੜਾ ਹੁਣ ਚੱਲ ਰਿਹਾ। ਅੱਛਾ, ਆਪਾਂ ਇੱਕ ਗੱਲ ਕਰਦੇ ਆ ਲੇਡੀਜ਼ ਬਾਰੇ, ਜਿਹੜੀ ਕੁੜੀ ਆਪਣੀ ਨੌਦੀਪ ਕੌਰ ਆ ਜੀ। ਪਹਿਲਾਂ ਤਾਂ ਉੱਤੇ ਉਹਨੂੰ ਮੋਰਚੇ ਦੇ ਵਿੱਚੋਂ ਲਿਜਾ ਕੇ ਤੇ ਜੇਲ੍ਹ ਦੇ ਵਿੱਚ ਸੁੱਟਿਆ, ਉੱਤੇ ਅਤਿਆਚਾਰ ਕੀਤੇ। ਤਾਂ ਹੁਣ ਨਵੀਂ ਖਬਰ ਆਈ ਹੈ ਵੀ ਉਹਨੂੰ ਸਨਮਾਨਿਤ ਕਰਨ ਲੱਗੇ ਤੇ ਉਹਦੇ ਤੇ ਫਿਰ ਹਮਲਾ ਹੋਇਆ। ਤੁਹਾਡੇ ਬਾਰੇ ਤੁਸੀਂ ਇਹ ਖਬਰ ਸੁਣੀ ਆ ਤੇ ਉਹਦੇ ਵਿੱਚ ਚਾਨਣਾ ਪਾਓ ਥੋੜਾ ਜਿਹਾ। ਉਹ ਮੈਂ ਖਬਰ ਅੱਜ ਹੀ ਪੜ੍ਹੀ ਆ। ਨੌਦੀਪ ਕੌਰ ਇੱਕ ਬਹਾਦਰ ਲੇਡੀ ਆ, ਸਾਡੀ ਭੈਣ ਆ, ਬਹਾਦਰ ਆ, ਮਾਈ ਭਾਗੋ ਦੀ ਵਾਰਸ ਆ। ਉਸਨੇ ਮਾਈ ਭਾਗੋ ਵਾਂਗੂ ਬਹਾਦਰੀ, ਹੌਸਲਾ ਦਿਖਾਇਆ, ਸੰਘਰਸ਼ ਲੜ ਰਹੀ ਆ, ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਲੜ ਰਹੀ ਆ। ਜਿੱਦਾਂ ਆਪਾਂ ਗੱਲ ਕੀਤੀ ਕਿ ਮਹਿਲਾ ਦਿਵਸ ਜਿਹੜਾ ਇਹ ਪਹਿਲਾਂ ਹੀ ਮਜ਼ਦੂਰ ਅੰਦੋਲਨ ਦੇ ਵਿੱਚੋਂ ਨਿਕਲਿਆ ਹੋਇਆ, ਇਹ ਸਾਰਾ ਜਿਹੜਾ ਅੱਜ ਦਾ ਪ੍ਰੋਗਰਾਮ ਜਿਹੜਾ ਅਸੀਂ ਮਨਾ ਰਹੇ ਹਾਂ ਨਾ, ਮਹਿਲਾ ਦਿਵਸ, ਉਹ ਚੋਂ ਪੈਦਾ ਹੋਇਆ। ਤੇ ਨੌਦੀਪ ਕੌਰ ਵੀ ਕਿਸਾਨ ਮਜ਼ਦੂਰ ਅੰਦੋਲਨ ਦੀ ਇੱਕ ਸਰਗਰਮ ਲੀਡਰ ਆ ਜੀ। ਪਹਿਲਾਂ ਜਦੋਂ ਉਹਨੇ ਹੱਕਾਂ ਦੀ ਮੰਗ ਕੀਤੀ ਉਦੋਂ ਵੀ ਉਹਨੂੰ ਜੇਲ੍ਹ ਛੱਡਿਆ, ਤੇ ਅੱਜ ਦਿੱਲੀ ਯੂਨੀਵਰਸਿਟੀ ਦੇ ਵਿੱਚ ਉੱਥੋਂ ਦੇ ਵਿਦਿਆਰਥੀਆਂ ਨੇ, ਲੋਕਾਂ ਨੇ ਇੱਕ ਪ੍ਰੋਗਰਾਮ ਲਿਖਿਆ ਕਿ ਇਹ ਬਹਾਦਰ ਭੈਣ ਨੂੰ ਸਨਮਾਨਿਤ ਕਰੀਏ, ਕਿਉਂਕਿ ਇਸ ਦਿਨ ਦੇ ਤਾਂ ਮੇਨ ਮਕਸਦ ਇਹੀ ਹੁੰਦਾ, ਜਿੱਦਾਂ ਆਪਣੇ ਇੱਕ ਬਜ਼ੁਰਗ ਮਾਤਾ ਜਿਹੜੀ 100 ਸਾਲ ਦੀ ਇਹਦਾ ਕੁੱਬੀ ਹੋ ਕੇ ਤੁਰਦੀ ਹੈ, ਜਿਹਨੂੰ ਇੱਕ ਬਹੁਤ ਹੀ ਸ਼ਬਦ ਵਰਤਣਾ ਨਹੀਂ ਜਾਂਦੇ। ਉਹ ਇੱਕ ਜਿਹੜੀ ਫਿਲਮ ਸਟਾਰ ਕੰਗਣਾ ਰਣੌਤ ਨੇ ਘਟੀਆ ਸ਼ਬਦਾਵਲੀ ਵਰਤੀ ਸੀ ਕਿ 100 ਰੁਪਈਏ ਤੇ ਲਿਆਂਦੀਆਂ ਹੋਈਆਂ ਔਰਤਾਂ ਇਹਨਾਂ ਨੇ
ਬੁੱਢੀਆਂ ਔਰਤਾਂ ਨੂੰ ਲਿਆਂਦਾ ਹੋਇਆ ਇੱਥੇ, ਹਨਾ। ਜੀ ਲੋਕਾਂ ਨੇ ਜਵਾਬ ਬਥੇਰੇ ਦਿੱਤੇ ਆ, ਤੇ ਉਹ ਮਾਤਾ ਜਿਹੜੀ ਅੱਜ ਇਹਨੂੰ ਕੇਜਰੀਵਾਲ ਹੋਣਾ ਨੇ ਇਸ ਦਿਨ ਸਨਮਾਨਿਤ ਕੀਤਾ, ਉਸ ਮਾਤਾ ਨੂੰ ਬਹੁਤ ਚੰਗੀ ਗੱਲ ਆ, ਚੰਗੀ ਗੱਲ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ, ਠੀਕ ਹੈ ਨਾ ਜੀ। ਹੋਰ ਵੀ ਮਹਾਨ ਬੀਬੀਆਂ ਸਾਡੀਆਂ ਮਾਤਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਨੌਦੀਪ ਲੜਕੀ ਆ ਜਿਹੜੀ, ਇੱਕ ਜਿਹੜੀ ਚੜ੍ਹਦੀ ਕਲਾ ਵਾਲੀ ਸਾਡੀ ਭੈਣ ਆ, ਮਨੁੱਖੀ ਹੱਕਾਂ ਦੀ ਅਧਿਕਾਰਾਂ ਦੀ ਗੱਲ ਕਰਦੀ ਆ, ਜਦੋਂ ਉਹਨੂੰ ਸਨਮਾਨਿਤ ਕਰਨਾ ਸੀਗਾ ਤੇ ਉੱਥੇ ਆਰਐਸਐਸ ਦੇ ਜਿਹੜੇ ਕਾਰਕੁਨ ਆ, ਗੁੰਡੇ ਆ ਜਿਹੜੇ ਆਰਐਸਐਸ ਦੇ, ਜਿਹੜੇ ਇਹ ਬਰਾਬਰਤਾ ਆਉਣੇ ਨਹੀਂ ਦੇਣੀ ਚਾਹੁੰਦੇ। ਉਹੀ ਗੱਲ ਆ ਗਈ ਨਾ ਬਾਬਾ ਸਾਹਿਬ ਅੰਬੇਡਕਰ ਵਾਲੀ, ਉਹੀ ਗੱਲ ਵੀ ਜਦੋਂ ਜੰਤਰ ਮੰਤਰ ਚ ਜਨਾਨੀਆਂ ਲਿਆ ਕੇ ਬਿਠਾਤੀਆਂ ਵਿਰੋਧਤਾ ਕਰਨ ਦੇ ਲਈ, ਹੁਣ ਵੀ ਉਹੀ ਚੀਜ਼ ਹੈ। ਇਹਨਾਂ ਦੇ ਪਿੱਛੇ ਜੇ ਇੱਕ ਗੌਰੀ ਲੰਕੇਸ਼ ਬਹੁਤ ਚੋਟੀ ਦੀ ਪੱਤਰਕਾਰ ਸੀ, ਫਿਲਾਸਫਰ ਸੀਗੀ ਉਹ ਲੇਡੀ, ਉਹਨੂੰ ਇਹਨਾਂ ਨੇ ਗੋਲੀ ਨਾਲ ਉਡਾਤਾ। ਇਹ ਅੱਜ ਤੋਂ 4-5 ਸਾਲ ਪਹਿਲਾਂ ਦੀ ਗੱਲ ਆ, ਔਰ ਉਹ ਕੋਈ ਉਹਦੀ ਪੁੱਛਗਿੱਛ ਨਹੀਂ ਹੋਈ ਹੈਗੀ। ਉਹ ਵੀ ਇੱਕ ਪੱਤਰਕਾਰ ਸੀ, ਸੱਚਾਈ ਨੂੰ ਸਾਹਮਣੇ ਲੈ ਕੇ ਆਉਂਦੀ ਸੀ। ਮਤਲਬ ਤੁਹਾਡਾ ਕਹਿਣ ਦਾ ਮਕਸਦ ਇਹ ਹੈ ਵੀ ਜਿਹੜਾ ਵੀ ਸੱਚ ਦੇ ਲਈ ਆਵਾਜ਼ ਉਠਾਉਂਦਾ ਆ, ਉਹਦੀ ਆਵਾਜ਼ ਨੂੰ ਬੰਦ ਕਰਨ ਲਈ ਹਰ ਇੱਕ ਸੋਰਸ ਵਰਤਿਆ ਜਾਂਦਾ। ਬਿਲਕੁਲ ਜੀ, ਬਿਲਕੁਲ ਉਹੀ ਗੱਲ ਹੈ ਨਾ ਵੀ ਉਹ ਫਰੀडम ਆਫ ਸਪੀਚ ਜਿਹੜੀ ਆ, ਉਹ ਸਭ ਉਹਦਾ ਗਲਾ ਵੱਢਿਆ ਜਾ ਰਿਹਾ, ਬੰਦ ਕੀਤੀ ਜਾ ਰਹੀ ਆ। ਤੇ ਦੂਜੀ ਗੱਲ ਇਹ ਆ, ਆਪਾਂ ਨੂੰ ਜੇ ਸਿੱਖ ਇਤਿਹਾਸ ਵੱਲ ਵੀ ਜਾਈਏ ਤੇ ਕੀ ਆਪਾਂ, ਚਲੋ ਮਹਾਰਾਜ ਦੇ ਸ਼ਬਦ ਤਾਂ ਸਾਰੇ ਪੜ੍ਹਦੇ ਆ, ਹਾਂਜੀ, ਕੀ ਇੱਕ ਸਿੱਖ ਇਤਿਹਾਸ ਦੇ ਵਿੱਚ ਵੀ ਆਪਾਂ ਨੂੰ ਬੀਬੀਆਂ ਨੂੰ ਸਨਮਾਨਤਾ ਮਿਲੀ ਆ? ਤੁਹਾਡਾ ਕੀ ਇਹਦੇ ਵਿੱਚ ਖਿਆਲ ਆ, ਵਿਚਾਰ ਆ, ਦੱਸੋ। ਦੇਖੋ ਮੈਂ ਉਹੀ ਦੱਸਿਆ ਵੀ ਗੱਲੀ ਬਾਤੀ ਤਾਂ ਕਾਫੀ ਬਰਾਬਰਤਾ ਮਿਲੀ ਹੋਈ, ਚਲੋ ਕਾਫੀ ਹੱਦ ਤੱਕ ਮਿਲ ਵੀ ਗਈ ਹੈ, ਏਦਾਂ ਦੀ ਗੱਲ ਨਹੀਂ ਹੈ ਕਿ ਬਾਹਰਲੇ ਦੇਸ਼ਾਂ ਦਾ ਵੀ ਕਾਫੀ ਅਸਰ ਪਿਆ, ਪੱਛਮੀ ਦੇਸ਼ਾਂ ਦਾ ਬਹੁਤ ਅਸਰ ਪਿਆ, ਕਿਉਂਕਿ ਆ ਜਿਹੜਾ ਮਹਿਲਾ ਦਿਵਸ ਸੀ, ਇਹ ਪੱਛਮੀ ਦੇਸ਼ਾਂ ਨੇ, ਯੂਰਪ ਦੇ ਦੇਸ਼ਾਂ ਨੇ ਇਸ ਨੂੰ ਸਭ ਤੋਂ ਵੱਧ ਹਾਈਲਾਈਟ ਕੀਤਾ, ਔਰ ਸਭ ਤੋਂ ਪਹਿਲਾਂ ਜਿਹੜੀ ਪ੍ਰੋਪਰ ਬਰਾਬਰਤਾ ਆ ਉਹ ਯੂਰਪ ਦੇ ਦੇਸ਼ਾਂ ਦੇ ਵਿੱਚ ਔਰਤ ਨੂੰ ਹੀ ਮਿਲੀ ਹੈ। ਰਸ਼ੀਆ ਦੀ ਔਰਤ ਨੂੰ, ਸਾਰਾ ਹੀ ਇਹ ਜਿਹੜਾ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ, ਠੀਕ ਨਹੀਂ। ਸਾਡਾ ਜਿਹੜਾ ਉੱਥੇ ਆ, ਇੱਥੇ ਬੜੇ ਮਹਾਨ ਧਰਮ, ਬੁੱਧ ਧਰਮ ਵਰਗੇ, ਸਿੱਖ ਧਰਮ ਵਰਗੇ ਮਹਾਨ ਧਰਮ ਆਏ ਆ, ਬਥੇਰੇ ਉਹਦੀ ਤਲਡੇ ਬਦੌਲਤ ਕੀਤੇ ਆ, ਪਰ ਉਹ ਗੱਲ ਨਹੀਂ ਬਣੀ। ਜੇ ਉਹ ਬਣੀ ਹੁੰਦੀ, ਅੱਜ ਤੁਸੀਂ ਸਾਰੇ ਜਾਣਦੇ ਵੀ ਹਰਿਮੰਦਰ ਸਾਹਿਬ ਔਰਤਾਂ ਜਿਹੜੀਆਂ ਬੀਬੀਆਂ ਕੀਰਤਨ ਨਹੀਂ ਕਰ ਸਕਦੀਆਂ, ਇਹ ਗੱਲ ਨੋਟ ਕਰ ਲਿਓ। ਹਾਂਜੀ ਹਾਂਜੀ, ਇਹ ਗੱਲ ਕਰਨੀ, ਸਾਡਾ ਸਿਰ ਸ਼ਰਮ ਦੇ ਨਾਲ ਝੁਕ ਜਾਂਦਾ। ਪਰ ਜਦੋਂ ਬਾਬਾ ਜੱਸਾ ਸਿੰਘ ਆਹਲੂਵਾਲੀਆ ਹੁਣੇ ਦਾ ਸਮਾਂ ਸੀਗਾ, ਜਿਉਂਦੇ ਸੀ ਨਾ, ਉਹ ਭਾਈ ਬਘੇਲ ਸਿੰਘ ਹੁਣੀ, ਜੱਸਾ ਸਿੰਘ ਰਾਮਗੜੀਏ ਹੁਣੀ, ਐਵੇਂ ਜੱਸਾ ਸਿੰਘ ਆਹਲੂਵਾਲੀਆ ਹੁਣ ਉਹਨਾਂ ਦੀ ਮਾਤਾ ਜੀ ਹੁਣੇ ਉੱਥੇ ਕੀਰਤਨ ਕਰਦੇ ਹੁੰਦੇ ਸੀ। ਦੇਖੋ ਕਿਹੋ ਜਿਹਾ ਸਮਾਂ ਹੋਵੇਗਾ, ਔਰ ਉਹ ਦੇਖੋ ਔਰਤਾਂ ਉਸ ਵੇਲੇ ਪੜ੍ਹੀਆਂ ਸੀ ਸਿੱਖ ਸਮਾਜ ਵਿੱਚ, ਔਰ ਕਿੰਨੀਆਂ ਬਹਾਦਰ ਹੋਣਗੀਆਂ। ਉਹ ਦਰਬਾਰ ਸਾਹਿਬ ਜੱਸਾ ਸਿੰਘ ਆਹਲੂਵਾਲੀਏ ਦੀ ਮਾਤਾ ਜੀ ਕੀਰਤਨ ਕਰਦੇ ਰਹੇ। ਇਹ ਬਾਅਦ ਵਿੱਚ ਜਦੋਂ ਮਸੰਦਾਂ ਦਾ ਕਬਜ਼ਾ, ਜਦੋਂ ਅੰਗਰੇਜ਼ ਦਾ ਵੀ ਰਾਜ ਆਇਆ, ਅੰਗਰੇਜ਼ ਦੇ ਬਹੁਤੇ ਕੰਮ ਚੰਗੇ ਵੀ ਆ ਤੇ ਮਾੜੇ ਵੀ ਬੜੇ ਕੀਤੇ ਨੇ। ਜਦੋਂ ਉਹਨਾਂ ਨੇ ਮਨੂਵਾਦੀਆਂ ਦੇ ਨਾਲ ਹਰਿਮੰਦਰ ਸਾਹਿਬ ਮੂਰਤੀਆਂ ਰੱਖ ਦਿੱਤੀਆਂ, ਠੀਕ ਨਹੀਂ, ਮਸੰਦਾਂ ਦਾ ਕਬਜ਼ਾ ਕਰਵਾ ਦਿੱਤਾ, ਉਸ ਵੇਲੇ ਔਰਤਾਂ ਨੂੰ ਵੀ ਤੇ ਮਾੜੇ ਸੋ ਕਾਲਡ ਸ਼ੂਦਰਾਂ ਨੂੰ, ਛੋਟੀ ਜਾਤਾਂ ਵਾਲਿਆਂ ਨੂੰ ਭਜਾਤਾ ਉੱਥੋਂ, ਪਰ ਉੱਥੇ ਬਣ ਨਹੀਂ ਦਿੰਦੇ। ਜੇ ਕੋਈ ਜਾਂਦਾ ਸੀ ਮੱਥਾ ਟੇਕਣ ਪਹਿਲਾਂ ਤੇ ਉਹਨੂੰ ਪੁੱਛੀ ਜਾਂਦੀ ਤੇਰੀ ਜਾਤ ਕਿਹੜੀ ਆ, ਜਦੋਂ ਕਹਿੰਦਾ ਸੀ ਮੇਰੀ ਤਾਂ ਜਾਤ ਆ ਜੀ, ਸ਼ੂਦਰਾਂ ਦੇ ਵਿੱਚੋਂ ਉਹ 4 ਛੱਤਰ ਮਾਰ ਕੇ ਭਜਾਉਂਦੇ ਸੀ, ਚੱਲ ਵੇ ਭੱਜ ਤੂੰ। ਉਹ ਕਹਿੰਦੇ ਜਾਂ ਪਹਿਲਾਂ ਜਾ ਕੇ ਉਧਰ ਮੂਰਤੀਆਂ ਉਹਦੇ ਮੱਥਾ ਨੱਕ ਰਗੜ। ਉਦੋਂ ਉਸ ਵੇਲੇ ਸਾਰਾ ਹੀ ਮਨੂਵਾਦੀ ਸਿਸਟਮ ਜਿਹੜਾ ਸਿੱਖ ਧਰਮ ਵਿੱਚ ਲਿਆ ਕੇ ਸਿੱਟ ਦਿੱਤਾ। ਇਹ ਤਾਂ ਸ਼ੁਕਰ ਕਰੋ ਏਦਾਂ ਉਦੋਂ ਗਿਆਨੀ ਦੇ ਸਿੰਘ ਹੋਣੀ, ਭਾਈ ਗੁਰਮੁਖ ਸਿੰਘ ਹੋਣੀ, ਸਿੰਘ ਸਭਾ ਲਹਿਰ ਚੱਲੀ, ਉਹਨਾਂ ਨੇ ਮੂਰਤੀਆਂ ਚੱਕ ਕੇ ਬਾਹਰ ਸਿੱਟੀਆਂ, ਸੰਘਰਸ਼ ਲੜਿਆ। ਇਹ ਪਹਿਲੀ ਵਰਲਡ ਵਾਰ ਜਿਹੜੀ ਆ ਉਦੋਂ ਦੀਆਂ ਗੱਲਾਂ ਬਾਤਾਂ ਆ ਇਹ ਜੀ। ਉਸ ਵੇਲੇ ਜਿਹੜੀ ਵਰਲਡ ਵਾਰ ਪਹਿਲੀ, ਉਦੋਂ ਵੀ ਇਹੋ ਜਿਹੇ ਰੀਜ਼ਨ ਬਣੇ ਸੀਗੇ, ਉੱਥੇ ਵਿਤਕਰਾ ਹੁੰਦਾ ਸੀਗਾ। ਉਹ ਮਸੰਦਾਂ ਦਾ ਜਿਹੜਾ ਉਹ ਸਾਰਾ ਉੱਥੋਂ ਕਹਾਣੀ ਸ਼ੁਰੂ ਹੁੰਦੀ, ਮਹੰਤਾਂ ਵਾਲੀ ਜਿਹੜੀ ਆ, ਮਹੰਤਾਂ ਦੀ, ਠੀਕ ਹੈ ਨਾ ਜੀ। ਇਸ ਕਰਕੇ ਗੱਲ ਕਰਦੇ ਆ ਕਿ ਬੀਬੀਆਂ ਅੱਜ ਹਰਿਮੰਦਰ ਸਾਹਿਬ ਕੀਰਤਨ ਨਹੀਂ ਕਰ ਸਕਦੀਆਂ, 5 ਪਿਆਰਿਆਂ ਦੇ ਵਿੱਚੋਂ ਸੇਵਾ ਵੀ ਨਹੀਂ ਨਿਭਾ ਸਕਦੀਆਂ। ਇਹ ਗੱਲ ਸ਼ਰਮ ਵਾਲੀ ਗੱਲ ਆ। ਇੱਕ ਮੈਂ ਇੱਥੇ ਇੱਕ ਐਡ ਕਰਨੀ ਚਾਹੂੰਗਾ ਗੱਲ, ਇਹ ਤਾਂ ਗੱਲ ਮੈਂ ਵੀ ਸੁਣੀ ਆ ਵੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸਵੇਰ ਨੂੰ ਆਪਣੇ ਹਰਿਮੰਦਰ ਸਾਹਿਬ ਦੇ ਵਿੱਚ, ਪਾਲਕੀ ਸਾਹਿਬ ਆਪਾਂ ਲੈ ਕੇ ਆਉਂਦੇ ਨਾ, ਉਦੋਂ ਮੈਂ ਇਹ ਵੀ ਸੁਣਿਆ ਵੀ ਉਦੋਂ ਬੀਬੀਆਂ ਨੂੰ ਅੱਗੇ ਪਰੇ ਕਰ ਦਿੱਤਾ ਜਾਂਦਾ ਵੀ ਮਹਾਰਾਜ ਦਾ ਪ੍ਰਕਾਸ਼ ਆ ਰਿਹਾ, ਬੀਬੀਆਂ ਪਰੇ ਹੋ ਜਾਓ।
ਤੁਹਾਡਾ ਕੀ, ਤੁਸੀਂ ਇਹ ਗੱਲ ਸੁਣੀ ਹੈ ਜਾਂ ਨਹੀਂ ਸੁਣੀ? ਮੈਂ ਸੁਣੀ ਆ, ਬਿਲਕੁਲ ਸੁਣੀ ਆ ਗੱਲ। ਇਹ ਸਾਰਾ ਮੈਂ ਤਾਂ ਉਸ ਚੀਜ਼ ਨਾਲ ਐਗਰੀ ਨਹੀਂ। ਤਾਂ ਮਨੂਵਾਦੀ ਉਹਦਾ ਇੱਕ ਵਿਪਰਵਾਦ ਦੀ ਕਰਮਕਾਂਡ ਹੀ ਹੈ, ਇੱਕ ਡਿਸਕ੍ਰਿਮੀਨੇਸ਼ਨ ਵਾਲੀ ਗੱਲ ਆ ਉਹ। ਇਹਦਾ ਮਤਲਬ ਫਿਰ ਫਿਰ ਉਹ ਇੱਜ਼ਤ ਨਹੀਂ ਹੋ ਰਹੀ ਹੈ ਨਾ ਇਸਤਰੀ ਦੀ, ਤੁਹਾਡਾ ਕੀ ਖਿਆਲ ਹੈ? ਉਹ ਮੈਂ ਉਹੀ ਦੱਸ ਰਿਹਾ ਨਾ ਵੀ ਜਿਹੜੀ ਸੋਚ ਆਪਣੇ ਚਿੱਤੋਂ ਉਹੀ ਹੋ ਗਿਆ ਨਾ। ਬਾਕੀ ਧਰਮਾਂ ਦੇ ਵਿੱਚ ਔਰਤ ਨੂੰ ਆਪ ਪਵਿੱਤਰ ਮੰਨ ਲਿਆ ਗਿਆ ਕਿ ਇਹ ਪਵਿੱਤਰ ਨਹੀਂ ਹੈਗੀ। ਠੀਕ ਆ, ਇਸੇ ਕਰਕੇ ਹੀ ਗੁਰੂ ਸਾਹਿਬ ਦੇ ਜਦੋਂ ਤੁਸੀਂ ਕਹਿੰਦੇ ਪਾਲਕੀ ਸਾਹਿਬ ਆਉਂਦੀ ਆ ਤੇ ਮੋਹਰੇ ਨਹੀਂ ਉਹਨੂੰ ਆਉਣ ਦਿੰਦੇ। ਉਹ ਤਾਂ ਹੀ ਨਹੀਂ ਆਉਣ ਦਿੰਦੇ ਵੀ ਉਹਦੀ ਝਲਕ ਦੇ ਨਾਲ ਸਾਡਾ ਗੁਰੂ ਜਿਹੜਾ ਆ ਉਹ ਭਿੱਟਿਆ ਜਾਣਾ, ਗੁਰੂ ਦੇ ਉੱਪਰ ਝਲਕ ਪੈ ਜਾਣੀ ਆ। ਔਰਤ ਗੰਦੀ ਆ, ਇਹ ਅਪਵਿੱਤਰ ਆ, ਇਸ ਕਰਕੇ ਉਹਨੂੰ ਉੱਥੇ ਫਰੰਟ ਤੇ ਨਹੀਂ ਆਉਣ ਨਹੀਂ ਦਿੰਦੇ। ਇਸ ਕਰਕੇ ਉਹਨੂੰ ਕੀਰਤਨ ਨਹੀਂ ਕਰਨ ਦਿੰਦੇ। ਇੱਕ ਸ਼ਬਦ ਵੀ ਆ ਗੁਰੂ ਸਾਹਿਬ ਦਾ, ਜੋ ਆਪਣੇ ਹੈਗਾ ਆ ਉਹ ਜੋ ਸਰਨਾਵਣੀ ਆ, ਕੋਈ ਸ਼ਬਦ ਆ, ਉਹ ਆਪਾਂ ਉਹਦੀ ਕਿਤੇ ਵਿਆਖਿਆ ਕਰਾਂਗੇ ਗੱਲਬਾਤ। ਉਹ ਅੱਛਾ, ਆਪਾਂ ਇਸ ਟੌਪਿਕ ਤੇ ਨਾ ਆਪਾਂ ਫਿਰ ਇੱਕ ਪ੍ਰੋਗਰਾਮ ਲੈ ਕੇ ਆਵਾਂਗੇ, ਕਿਉਂਕਿ ਆਪਾਂ ਅੱਜ ਖੁਸ਼ੀ ਦਾ ਦਿਨ ਆ, ਵੂਮਨਸ ਡੇ ਆ। ਆਪਾਂ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੁੰਦੇ ਕਿ ਕੋਈ ਇਤਰਾਜ਼ ਕਰੇ ਆਪਣੇ ਪ੍ਰੋਗਰਾਮ ਤੇ। ਉਹ ਸ਼ਬਦ ਹੈਗਾ ਜਿਉਂ ਜੋਰੂ ਸਰਨਾਵਣੀ ਹੈ ਬਈ, ਉਹ ਸ਼ਬਦ ਆ ਜਿਉਂ ਜੋਰੂ ਸਰਨਾਵਣੀ ਆਵੇ ਵਾਰੋ ਵਾਰ, ਝੂਠੇ ਮੁਖ ਵਸੇ। ਉਹ ਮੈਨੂੰ ਹੁਣ ਸ਼ਬਦ ਵਿਸਰ ਗਿਆ, ਸੌਰੀ, ਮੈਂ ਮਾਫੀ ਚਾਹੁੰਦਾ ਆ। ਇਹ ਸ਼ਬਦ ਆਪਾਂ ਵਿਆਖਿਆ ਕਰਾਂਗੇ। ਮੁਖ ਵਸੇ ਹੈ ਕਿਉਂ ਤੇ ਹੋਏ ਖਵਾਰ। ਹਾਂਜੀ, ਇਹਦਾ ਮਤਲਬ ਇਹ ਆ ਵੀ ਆਪਾਂ ਉਹ ਗੁਰੂ ਮਹਾਰਾਜ ਦੇ ਸ਼ਬਦ ਜਿਹੜੇ ਆ ਅਸੀਂ ਪੜ੍ਹੀ ਜਾਂਦੇ ਆ, ਉਹਨਾਂ ਦੀ ਵਿਆਖਿਆ ਕਰਕੇ ਸਮਝ ਨਹੀਂ ਰਹੇ। ਤੁਹਾਡਾ ਕਹਿਣ ਦਾ ਮਤਲਬ ਇਹੀ ਆ ਨਾ? ਬਿਲਕੁਲ ਜੀ, ਬਿਲਕੁਲ। ਦੇਖੋ ਗੱਲ ਤਾਂ ਇਹੀ ਆ, ਅਕਾਲ ਤਖਤ ਦੀ ਮਰਿਆਦਾ ਦੇ ਅਨੁਸਾਰ ਗੁਰਬਚਨ ਸਿੰਘ ਜੀ ਪੰਜ ਪਿਆਰਿਆਂ 'ਚ ਬੀਬੀਆਂ ਲੱਗ ਸਕਦੀਆਂ, 5 ਪਿਆਰਿਆਂ 'ਚ ਅੰਮ੍ਰਿਤ ਵੀ ਛਕਾ ਸਕਦੇ। ਕੁਝ ਕੁ ਜਿਹੜੇ ਕੱਟੜ RSS ਦੇ ਵੱਲੋਂ ਪੈਦਾ ਕੀਤੇ ਹੋਏ ਦਾਲਿਆ, ਜਿਨ੍ਹਾਂ ਦੇ ਵਿੱਚ ਮਨੂਵਾਦੀ ਸਿਸਟਮ ਘਸੋੜ ਦਿੱਤਾ ਗਿਆ, ਉਹ ਕਹਿੰਦੇ ਬੀਬੀਆਂ ਅੰਮ੍ਰਿਤ ਵੀ ਨਹੀਂ ਛਕਾ ਸਕਦੀਆਂ ਤੇ ਨਾ ਹੀ 5 ਪਿਆਰਿਆਂ 'ਚ ਸੇਵਾ ਨਹੀਂ ਕਰ ਸਕਦੀਆਂ। ਉਹੀ ਕੁਛ ਉਹੀ ਬੰਦੇ ਕਹਿ ਰਹੇ ਨੇ ਕਿ ਕੀਰਤਨ ਵੀ ਨਹੀਂ ਕਰਨ ਦੇਣਾ। ਉਹੀ ਬੰਦੇ ਨੇ ਜਿਹੜੇ ਕਹਿੰਦੇ ਕਿ ਜਦੋਂ ਸਵੇਰ ਨੂੰ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਦੀ ਪਾਲਕੀ ਆਉਂਦੀ ਤਾਂ ਮੋਹਰੇ ਹੋਵੇ ਔਰਤ ਨੂੰ ਨਹੀਂ ਆਉਣ ਦੇਣਾ। ਇਹ ਸਾਰੀ ਇੱਕੋ ਕੜੀ ਆ ਜੀ ਉਹ ਆਪਸ ਵਿੱਚ। ਇਹਨਾਂ ਨੇ ਬੇਸ ਇਹ ਰੱਖਿਆ ਹੋਇਆ ਉਹੀ ਸ਼ਬਦ ਵਾਲਾ ਆ, ਜਿਉਂ ਜੋਰੂ ਸਰਨਾਵਣੀ ਆਵੇ ਵਾਰੋ ਵਾਰ, ਝੂਠਾ ਮੁਖ ਵਸੇ ਤਿਉਂ ਦੋ ਹੋਏ ਖਵਾਰ। ਸੁੱਚੇ ਇਹਨਾਂ ਆਖੀਆਂ ਨੂੰ ਬੈਨ ਜੋ ਪਿੰਡਾਂ ਧੋਏ। ਇਹ ਇਸ ਤਰ੍ਹਾਂ ਸ਼ਬਦ ਆ, ਆਪਾਂ ਇਹਦੀ ਵਿਆਖਿਆ ਕਰਾਂਗੇ ਚੰਗੀ ਤਰ੍ਹਾਂ ਵੀ ਇਹਦੇ ਅਸਲ ਅਰਥ ਹੈ ਕੀ। ਜੀ ਮੈਂ ਤਾਂ ਹੀ ਕਹਿੰਦਾ ਇਸ ਟੌਪਿਕ ਤੇ ਆਪਾਂ ਫਿਰ ਪ੍ਰੋਗਰਾਮ ਲੈ ਕੇ ਆਵਾਂਗੇ। ਤੇ ਆਪਣੇ ਨਾਲ ਬਿੱਟੂ ਦੌਲਤਪੁਰੀਆ ਜੁੜੇ ਆ, ਆਪਣੇ ਨਾਲ ਭਾਜੀ ਸਿਮਰਨ ਸਿੰਘ ਜੀ, ਜਿਹੜੇ ਆਪਾਂ ਨਵਾਂ ਸਨੇਹਾ ਟੀਮ ਵੱਲੋਂ ਇੱਕ ਰੇਡੀਓ ਤੇ ਸ਼ੁਰੂ ਕੀਤਾ ਆ ਜੀ। ਤੇ ਉਹ ਸਿਮਰਨ ਭਾਜੀ ਉਹਨੂੰ ਔਨ ਕਰ ਰਹੇ ਆ, ਜਿੱਦਾਂ ਉਹ ਸਾਂਝਾ ਸੁਨੇਹਾ। ਬਿਲਕੁਲ ਆਪਾਂ ਪ੍ਰੋਗਰਾਮ ਰੱਖਿਆ ਤੇ ਉਹਨਾਂ, ਹਾਂਜੀ ਬਿਲਕੁਲ ਬਹੁਤ ਵਧੀਆ ਪ੍ਰੋਗਰਾਮ ਉਹਨਾਂ ਦਾ ਹੁੰਦਾ। ਉਹ ਤਾਂ ਦੇਖੋ ਜੀ ਸਾਡਾ ਰੇਡੀਓ ਤੇ ਸਾਡਾ ਟੀਵੀ ਜਿਹੜਾ ਉਹ ਪ੍ਰੋਗਰਾਮ ਲੈ ਕੇ ਉਹ ਸ਼ਾਮ ਨੂੰ ਹਾਜ਼ਰ ਹੁੰਦੇ ਆ, ਤੇ ਸਰੋਤਿਆਂ ਨੂੰ ਆਪਾਂ ਰਿਕੁਐਸਟ ਕਰਦੇ ਆ ਕਿ ਉਹਦੇ ਨਾਲ ਵੀ ਜੁੜਿਆ ਕਰੋ, ਕਿਉਂਕਿ ਉਹਨਾਂ ਦੇ ਵਿਚਾਰ ਜਿਹੜੇ ਬਹੁਤ ਵਧੀਆ ਹੁੰਦੇ। ਜਿਹੜਾ ਨਾ ਉਹ ਪ੍ਰੋਗਰਾਮ ਆ ਸਿਮਰਨ ਸਿੰਘ ਜੀ ਦਾ ਸਾਡਾ ਰੇਡੀਓ USA, ਇੱਕ ਤਾਂ ਉਹਦੇ ਉੱਪਰ ਹਾਈ ਲੈਵਲ ਦੇ ਜਿੱਦਾਂ ਉਹ ਵਿਚਾਰੇ ਮਿਹਨਤ ਕਰਕੇ ਬੁਲਾਰੇ ਲਿਆਉਂਦੇ ਆ, ਹਾਈ ਲੈਵਲ ਦੇ ਹੋਸਟ ਹੁੰਦੇ ਆ, ਗੱਲਬਾਤ ਹੁੰਦੀ ਆ। ਤੇ ਆਪਾਂ ਤਾਂ ਚਲੋ ਆਪਾਂ ਤਾਂ ਇੱਕ ਕਹਿ ਲਈਏ ਵੀ ਦੇਸੀ ਜਿਹਾ ਭੁੱਸ ਜਿਹਾ ਲੱਗਾ ਆ, ਜਿੱਦਾਂ ਬਈ ਆਪਣਾ ਮਾੜੇ ਮੋਟੇ ਮਨ ਦੇ ਬਲਬਲੇ ਸ਼ੇਅਰ ਕਰ ਲਈਦੇ। ਪਰ ਉੱਧਰ ਜਦੋਂ ਆਪਾਂ ਕਈ ਵਾਰੀ ਜਾਂਦੇ ਹੁੰਦੇ ਤਾਂ ਉੱਥੇ ਬੜੀ ਸੋਚ ਸਮਝ ਕੇ ਗੱਲਬਾਤ ਕਰਨੀ ਪੈਂਦੀ, ਕਿਉਂਕਿ ਉਹ ਟੀਵੀ ਇੱਕ ਰੇਡੀਓ ਪਲੇਟਫਾਰਮ ਆ, ਹਨਾ, ਇੱਕ ਜ਼ਿੰਮੇਵਾਰੀ ਵਾਲਾ ਕੰਮ ਆ। ਆਪਾਂ ਤਾਂ ਹੁਣ ਚਲੋ ਉੱਦਾਂ ਹੀ ਉੱਠ ਕੇ ਚਲੋ ਆਪਾਂ ਮਨ ਦੀ ਅੰਦਰੋਂ ਸ਼ਰਧਾ ਜਿਹੀ ਉੱਠੀ ਆ ਵੀ ਯਾਰ ਇਹ ਜੋ ਵਰਲਡ ਵਿਮਨਸ ਡੇ ਮਨਾਇਆ ਜਾ ਰਿਹਾ, ਇਹਦੇ 'ਚ ਆਪਾਂ ਵੀ ਆਪਣੇ ਮੁਬਾਰਕਾਂ ਵੀ ਦੇ ਦਈਏ, ਹੱਲਾ ਸ਼ੇਰੀ ਤੇ ਆਪਾਂ ਸ਼ਮੂਲੀਅਤ ਕਰੀਏ ਨਾ। ਤੇ ਰੇਡੀਓ ਬੜਾ ਕਮਾਲ ਦਾ ਆ, ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜੀ। ਬਿਲਕੁਲ। ਤੇ ਮੈਂ ਇੱਕ ਦੋ ਕੁ ਪੋਸਟਾਂ ਆਪਣੇ ਪਾਈਆਂ ਬਿੱਟੂ ਦੌਲਤਪੁਰੀ ਭਾਜੀ ਨੇ, ਉਹ ਕਹਿੰਦੇ ਧੀਆਂ ਦੀ ਵੀ ਮਨਾਓ ਲੋਹੜੀ। ਵਾਹ ਵਾਹ, ਇਹਨਾਂ ਨੇ ਗੀਤ ਲਿਖਿਆ ਆ। ਇਹ ਇੱਕ ਉਹ ਸੂਰਮਾ ਰਾਈਟਰ ਆ, ਨਾਰਥ ਅਮਰੀਕਾ ਦੀ, ਮੈਂ ਕਹਿੰਦਾ ਇੰਟਰਨੈਸ਼ਨਲ ਰਾਈਟਰ ਆ ਇਹ। ਹਾਂਜੀ। ਅੱਛਾ, ਇੰਟਰਨੈਸ਼ਨਲ ਰਾਈਟਰ ਆ ਔਰ ਚੋਟੀ ਦੀਆਂ ਕਵਿਤਾਵਾਂ ਆ। ਹਾਂਜੀ ਭਾਜੀ, ਗੱਲ ਮੇਰੀ ਪੂਰੀ ਸੁਣ ਲਓ, ਫਿਰ ਤੁਸੀਂ ਬੋਲਿਓ, ਮੈਂ ਤੁਹਾਨੂੰ ਮੌਕਾ ਦਿੰਦਾ।
ਅੱਛਾ, ਕਹਿੰਦੇ ਧੀਆਂ ਦੀ ਵੀ ਮਨਾਓ ਲੋਹੜੀ, ਪੁੱਤਰਾਂ ਦੀ ਵੀ ਜੀਵੇ ਜੋੜੀ। ਵਾਹ 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 ਵਾਹ। ਤੁਸੀਂ ਪੂਰੀ ਗੱਲ ਸੁਣਦੇ ਨੇ, ਫਿਰ ਪਹਿਲਾਂ ਬੋਲ ਪੈਂਦੇ, ਤੁਸੀਂ ਹੁਣ ਇਹਦੀ ਵਿਆਖਿਆ ਕਰੋ। ਇਹਦਾ ਹਾਂਜੀ, ਇਹਦਾ ਹੁਣ ਤੁਸੀਂ ਇਹਦਾ ਨਿਚੋੜ ਕੱਢੋ। ਦੁਬਾਰੇ ਸੁਣਾਓ ਲਾਈਨਾਂ ਫੇਰ ਠੋਕ ਕੇ ਇੱਕ ਵਾਰੀ। ਕਹਿੰਦੇ ਧੀਆਂ ਦੀ ਵੀ ਮਨਾਓ ਲੋਹੜੀ, ਹਾਂ, ਪੁੱਤਰਾਂ ਦੀ ਵੀ ਜੀਵੇ ਜੋੜੀ। ਵਾਹ ਜੀ ਉਹਨਾਂ ਨੇ ਵਾਹ, ਦੋਨਾਂ ਵਾਹ ਨੂੰ ਜੀ, ਇਕੁਅਲ ਦਰਜਾ ਦੇ ਦਿੱਤਾ, ਬਰਾਬਰ ਲੈ ਜਾਂਦੇ। ਬਰਾਬਰ ਲੈ ਆਂਦਾ ਉਹਨਾਂ ਨੇ। ਪੁੱਤਰ ਵੀ ਜਿਉਂਦੇ ਰਹਿਣ, ਪੁੱਤਰਾਂ ਦੀਆਂ ਜੋੜੀਆਂ ਵੀ ਚੜ੍ਹਦੀ ਕਲਾ 'ਚ ਰਹਿਣ, ਤੇ ਧੀਆਂ ਨੂੰ ਵੀ ਬਰਾਬਰ ਖੜੇ ਕਰ ਦਿੱਤਾ ਲਿਆ ਕੇ। ਇਹ ਹੁੰਦੀ ਚੰਗੀ ਸੋਚ। ਇਹੀ ਤਾਂ ਅਸਲੀ ਰਾਈਟਰ ਇਹ ਹੁੰਦੇ ਆ, ਅਸਲੀ ਲੇਖਕ ਹੀ ਇਹ ਹੁੰਦੇ ਆ, ਜਿਹੜੇ ਰਾਈਟਰ ਤੇ ਲੇਖਕ ਪੁੱਠੀਆਂ ਗੱਲਾਂ ਲੋਕਾਂ ਨੂੰ ਸੁਣਾਉਣ, ਗੁਰਬਾਣੀ ਦੇ ਸ਼ਬਦ ਅਰਥ ਕੇ ਲੋਕਾਂ ਨੂੰ ਦੱਸਣ ਕਿ ਪੁੱਤੀ ਗੰਢ ਪਵੇ ਸੰਸਾਰ, ਗੁਰਬਾਣੀ ਦੇ ਅਰਥ ਗਲਤ ਦੱਸਣ, ਉਹਦੇ ਫੜ ਕੇ ਡੰਡਾ ਫੇਰਨਾ ਚਾਹੀਦਾ, ਛੱਤਰ ਮਾਰਨਾ ਚਾਹੀਦਾ, ਉਹਨਾਂ ਦਾ ਭੰਨਣਾ ਚਾਹੀਦਾ, ਪਛਵਾੜਾ ਚੰਗੀ ਤਰ੍ਹਾਂ। ਗੁਰਬਾਣੀ ਦੇ ਅਰਥ ਉਹਨਾਂ ਨੇ ਗਲਤ ਲੋਕਾਂ ਨੂੰ ਦੱਸ ਕੇ ਲੋਕਾਂ ਦੀ ਮਾਨਸਿਕਤਾ ਬਦਲ ਦਿੱਤੀ ਹੈ। ਗੁਰਬਾਣੀ ਦਾ ਸ਼ਬਦ ਆ ਕਹਿਆ ਕੰਚਨ, ਕਹਿਆ ਕੰਚਨ ਟੁੱਟੇ ਸਾਰ, ਅਗਨੀ ਗੰਢ ਪਾਏ ਲੋਹਾਰ, ਗੋਰੀ ਸੇਤੀ ਟੁੱਟੇ ਬਧਾਰ, ਪੁੱਤੀ ਗੰਢ ਪਵੇ ਸੰਸਾਰ। ਜੇ ਜਿੱਦਾਂ ਲੋਹਾ ਆ, ਉਹਦੀ ਕੋਈ ਚੀਜ਼ ਆ, ਜਾਂ ਮੈਟਲ ਆ ਕੋਈ, ਜਾਂ ਸੋਨੇ ਦੀ ਚੀਜ਼ ਆ, ਕੋਈ ਤੇੜ ਆ ਜਾਵੇ, ਟੁੱਟ ਜਾਵੇ, ਜਿਹੜਾ ਮਿਸਤਰੀ ਆ, ਲੋਹਾ ਆ ਜਿਹਨੂੰ ਕਹਿੰਦੇ, ਉਹ ਅੱਗ ਦੇ ਨਾਲ ਗਰਮ ਕਰਕੇ ਉਹਨੂੰ ਜੋੜ ਲਾ ਦਿੰਦਾ, ਦੋ ਅਲੱਗ-ਅਲੱਗ ਹੋਏ ਟੁਕੜਿਆਂ ਨੂੰ ਇਕੱਠੇ ਕਰ ਦਿੰਦਾ ਆ ਜੀ। ਅੱਗ ਦੇ ਨਾਲ ਮਿਸਤਰੀ ਮੈਟਲ ਨੂੰ ਜਾਂ ਲੋਹੇ ਨੂੰ ਅਲੱਗ-ਅਲੱਗ ਟੁੱਟ ਜਾਂਦੇ ਆ, ਉਹਨਾਂ 'ਚ ਖਲਾ ਆ ਜਾਂਦਾ, ਉਹਨਾਂ 'ਚ ਦੂਰੀ ਪੈਦਾ ਹੋ ਜਾਂਦੀ ਆ, ਉਹ ਜੋੜ ਲਾ ਕੇ ਇਕੱਠੇ ਕਰ ਦਿੰਦਾ। ਇਸੇ ਹੀ ਤਰ੍ਹਾਂ ਗੋਰੀ ਸੇਤੀ ਟੁੱਟੇ ਭੁਤਾਰ, ਗੋਰੀ ਯਾਨੀ ਕਿ ਔਰਤ, ਭੁਤਾਰ ਯਾਨੀ ਕਿ ਉਹਦਾ ਹਸਬੈਂਡ, ਪਤੀ ਪਤਨੀ ਦੇ ਜੇਕਰ ਵਿੱਚ ਕੋਈ ਲੜਾਈ ਹੋ ਜਾਂਦੀ ਆ, ਕੋਈ ਝਗੜਾ ਹੋ ਜਾਂਦਾ, ਉਹਨਾਂ 'ਚ ਕੋਈ ਦੀਵਾਰ ਖੜ ਜਾਂਦੀ ਆ, ਉਹਨਾਂ 'ਚ ਦੂਰੀ ਆ ਜਾਂਦੀ ਆ, ਉਹਨਾਂ 'ਚ ਇੱਥੇ ਤੱਕ ਕਿ ਤਲਾਕ ਵੀ ਹੋ ਜਾਂਦਾ। ਪੁੱਤੀ ਗੰਢ ਪਵੇ ਸੰਸਾਰ, ਜਿਹੜੀ ਉਹਨਾਂ ਦੀ ਔਲਾਦ ਆ, ਪੁੱਤੀ ਸ਼ਬਦ ਆ, ਧੀ ਤੇ ਪੁੱਤ ਦੋਨਾਂ ਨੂੰ, ਮੇਲ ਫੀਮੇਲ ਬੱਚਾ, ਪੁੱਤੀ ਗੰਢ ਪਵੇ ਸੰਸਾਰ, ਉਹਦੇ ਬੱਚੇ, ਉਹਦੀ ਔਲਾਦ ਆਪਣੇ ਅਲੱਗ-ਅਲੱਗ ਹੋਏ ਮਾਂ ਪਿਓ ਨੂੰ ਵੀ ਇਕੱਠੇ ਕਰ ਦਿੰਦੇ ਆ। ਇਹ ਘਟਨਾਵਾਂ ਵਾਪਰੀਆਂ ਸਮਾਜ ਦੇ ਵਿੱਚ, ਆਪਣੇ ਸਾਰਿਆਂ ਨੇ ਦੇਖਿਆ। ਇਹ ਅਸਲ ਅਰਥ ਇਹ ਸੀ, ਰਾਗੀਆਂ ਢਾਡੀਆਂ ਪ੍ਰਚਾਰਕਾਂ ਨੇ ਪਤਾ ਕੀ ਸੁਣਾਇਆ, ਉਹ ਪੁੱਤਾਂ ਦੀ ਲੋਹੜੀਆਂ ਨੂੰ ਜਾ ਕੇ ਉੱਥੇ ਵੀ ਉਹੀ ਗਾਣੇ ਵਜਾਏ, ਪੁੱਤੀ ਗੰਢ ਪਵੇ ਸੰਸਾਰ। ਅਗਲੇ ਸੱਤ ਦੇ ਪੁੱਤ ਜੰਮੇ ਦੇ ਸੀਗੇ, ਧੀ ਜੰਮੇ ਦੇ, ਕਦੇ ਕਿਸੇ ਨੇ ਖੰਡ ਪਾਠ ਨਹੀਂ ਕਰਾਇਆ, ਨਾ ਕਿਸੇ ਨੇ ਖੰਡ ਪਾਠ ਸੁੱਖਿਆ। ਜਿਹਦੇ ਦੋ ਪੁੱਤਰ ਆ, ਕਹਿੰਦਾ ਮੇਰਾ ਤਾਂ ਪਰਿਵਾਰ ਹੁਣ ਕੰਪਲੀਟ ਆ। ਜਦੋਂ ਉਹਦੀਆਂ ਦੋ ਧੀਆਂ ਹੁੰਦੀਆਂ, ਫਿਰ ਉਹਦਾ ਪਰਿਵਾਰ ਕੰਪਲੀਟ ਨਹੀਂ ਹੁੰਦਾ, ਫਿਰ ਆਪ ਅੱਗੇ ਅਰਦਾਸ ਕਰਦਾ, ਮੈਨੂੰ ਪੁੱਤ ਵੀ ਦੇ ਦੇ। ਨਹੀਂ, ਉਦੋਂ ਸਾਰੇ ਰਿਸ਼ਤੇਦਾਰ ਵੀ ਇਹ ਕਿਤੇ ਜਦੋਂ ਧੀ ਹੁੰਦੀ ਆ ਨਾ, ਉਹ ਕਿਤੇ ਰੱਬ ਸੁਣ ਲੈਂਦਾ ਤੁਹਾਡੀ, ਤੇ ਫੇਰ ਪੁੱਤ ਦੇ ਦਿੰਦਾ। ਇਹ ਗੱਲਾਂ ਜਿਹੜੀਆਂ ਇਹ ਸਾਨੂੰ ਬਦਲਣੀਆਂ ਪੈਣੀਆਂ, ਕਿਉਂਕਿ ਇੱਕ ਉਹ ਦੇਖੋ, ਮੈਂ ਇਹ ਨਹੀਂ ਗੱਲ ਕਰਦਾ ਵੀ ਹਰ ਇੱਕ ਦਾ ਆਪੋ ਆਪਣਾ ਸੁਭਾਅ ਸਿਧਾਂਤ ਬੋਲਣਾ, ਹਰ ਇੱਕ ਦੇ ਆਪੋ ਆਪਣਾ ਬੋਲਣਾ, ਪਰ ਜਦੋਂ ਇੱਕ ਮਾਂ ਨੇ ਜਨਮ ਦਿੱਤਾ ਬੱਚੇ ਨੂੰ, ਚਾਹੇ ਉਹ ਪੁੱਤ ਆ ਚਾਹੇ ਉਹ ਧੀ ਆ ਜੀ, ਅੱਛਾ, ਜੇ ਤੁਸੀਂ ਉੱਥੇ ਜਾ ਕੇ ਕੋਈ ਚੰਗੇ ਸ਼ਬਦ ਨਹੀਂ ਬੋਲ ਸਕਦੇ ਤਾਂ ਤੁਸੀਂ ਮਾੜਾ ਵੀ ਨਹੀਂ ਕਹਿਣਾ ਚਾਹੀਦਾ, ਕਿਉਂਕਿ ਉਹ ਮਾਂ ਨੂੰ ਪੁੱਛ ਕੇ ਦੇਖੋ, ਜਿਹਨੇ ਤਕਲੀਫ ਝੱਲੀ, ਉਹਨੇ ਇੱਕ ਬੱਚੇ ਨੂੰ ਜਨਮ ਦਿੱਤਾ, ਉਸ ਮਾਂ ਤੇ ਕੀ ਬੀਤਦੀ ਹੋਊਗੀ ਵੀ ਜੇ ਰੱਬ ਤੁਹਾਡੀ ਸੁਣ ਲੈਂਦਾ। ਰੱਬ ਨੇ ਸੁਣੀ ਆ ਤੇ ਉਹ ਔਲਾਦ ਹੋਈ ਘਰ, ਉਹ ਇਹ ਮਾਰੇ ਦਿੰਦੇ ਸੀ ਜੰਮਦੀਆਂ ਧੀਆਂ ਨੂੰ, ਜੰਮਦੀਆਂ ਬੱਚੀਆਂ ਨੂੰ ਪਿੰਡਾਂ 'ਚ ਮਾਰ ਦਿੰਦੇ ਸੀਗੇ। ਦਾਈ ਨੂੰ ਪਹਿਲੇ ਉਹ ਕਹਿੰਦੇ ਜੇ ਕੁੜੀ ਹੈ ਤਾਂ ਗਲ ਘੁੱਟ ਦੇਣਾ ਉਸੇ ਵੇਲੇ। ਇਹਦੇ ਆਹ ਸਿਸਟਮ ਚੱਲਦਾ ਸੀਗਾ। ਬਾਬੇ ਨਾਨਕ ਨੇ ਤਾਲੇ ਮਾਰੇ, ਉਹ ਦੁਨੀਆ ਦੇ ਲੋਕੋ ਇਹ ਜ਼ੁਲਮ ਨਾ ਕਰੋ, ਨਾ ਕਰੋ ਇਹ ਜ਼ੁਲਮ। ਇੰਦਰਜੀਤ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ ਦੀ ਮਾਤਾ, ਮਹਾਰਾਜਾ ਰਣਜੀਤ ਸਿੰਘ ਦੀ ਮਾਂ, ਉਹਦੇ ਮਾਪਿਆਂ ਨੇ ਕਹਿੰਦੇ ਇਹ ਤਾਂ ਲੜਕੀ ਆ, ਉਹ ਘੜੇ 'ਚ ਪਾ ਕੇ ਉਹਨੇ ਕਿਤੇ ਦੱਬ ਦਿੱਤੀ। ਉਹ ਕਹਿੰਦੇ ਆਲੇ ਦੁਆਲੇ ਤੇ ਮਹਾਂਪੁਰਸ਼ ਸੀਗੇ ਉਸ ਇਲਾਕੇ 'ਚ, ਉਹ ਬਾਅਦ ਉੱਥੇ ਗਏ ਭੁੱਲ ਬਖਸ਼ਾਉਣ। ਹੁਣ ਜਿਹੜੇ ਸੰਤ ਗੁਰੂ ਦੇਖੋ, ਕਈ ਦੰਭੀ ਪਖੰਡੀ ਹੋਣਗੇ, ਪਰ ਕਈ ਪਹੁੰਚੀਆਂ ਹੋਈਆਂ ਰੂਹਾਂ ਵੀ ਹੁੰਦੀਆਂ। ਉਹ ਉਹਨਾਂ ਨੂੰ ਸ਼ੱਕ ਪੈ, ਕਹਿੰਦੇ ਤੁਸੀਂ ਕੋਈ ਕਰਮ ਕਰਕੇ ਆਏ, ਗਲਤ ਕੰਮ ਕਰਕੇ ਆਏ, ਦੱਸੋ ਕੀ ਕਰਕੇ ਆਏ। ਕਹਿੰਦੇ ਜੀ ਆਹ ਗਲਤੀ ਹੋਈ, ਕਹਿੰਦੇ ਜਾਓ ਕੱਢੋ ਜਾ। ਉਹ ਬੱਚੀ ਨੂੰ ਕੱਢ ਲਿਆ, ਬੱਚੀ ਦੇ ਸਾਹ ਚੱਲਦੇ ਸੀਗੇ, ਵੱਡੀ ਹੋਈ ਤੇ ਉਹ ਮਹਾ ਸਿੰਘ ਦੇ ਨਾਲ ਵਿਆਹੀ ਗਈ। ਉਹਦਾ ਨਾਮ ਰਾਜਕੌਰ ਸੀਗਾ। ਉਹਦੀ ਕੁੱਖ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ। ਬਾਬੇ ਨਾਨਕ ਦੀ ਗੱਲ ਸੱਚੀ ਹੁੰਦੀ ਕਿ ਨਹੀਂ ਹੁੰਦੀ?
ਸੋ ਵਾਹ ਕਿਉ ਜੀ ਮੰਦਾ ਵਾਹ, ਆਖੀਏ ਜਗ ਜਮੇ ਰਾਜਾਨ। ਮੇਰਾ ਇਤਿਹਾਸ ਜਾਨ। ਆ ਇਹ, ਜੀ ਬਿਲਕੁਲ। ਇਤਿਹਾਸ ਹੈ ਭਾਈ ਸਾਹਿਬ ਇਹ। ਪਰ ਉਹੀ ਹੈ ਨਾ, ਫਿਰ ਆਪਣੇ ਸਮਾਜ ਦੇ ਵਿੱਚ ਉਹ ਗੱਲ ਜਿਹੜੀ ਆ ਦਿਮਾਗ ਦੇ ਵਿੱਚ ਬੈਠੀ ਆ, ਉਹ ਨਹੀਂ ਨਿਕਲ, ਲੋਕਾਂ ਦੇ ਨਿਕਲ ਨਹੀਂ ਰਹੀ ਇਸ ਚੀਜ਼ ਧਰਮ ਨੂੰ। ਦੇ ਠੇਕੇਦਾਰਾਂ ਨੇ ਬੇੜੀ ਬਿਠਾਲੀ ਹੋਈ ਆ, ਹੂੰ ਤੇ ਸਰਕਾਰਾਂ ਕਾਨੂੰਨ ਪ੍ਰੋਪਰ ਲਾਗੂ ਨਹੀਂ ਕਰਦੇ। ਜੇ ਲਾਗੂ ਕਰਨ ਤਾਂ 5-5 6-6 ਸਾਲਾਂ ਦੇ ਬੱਚਿਆਂ ਤੇ ਬਲਾਤਕਾਰ ਨਾ ਹੋਣ ਤੇ ਉਹਨਾਂ ਨੂੰ ਅੱਗਾਂ ਦੇ ਨਾਲ ਜਾਲ ਦਿੱਤਾ ਜਾਂਦਾ। ਇਹ ਸਾਰਾ ਕੁਝ ਜਿੱਦਾਂ ਯੂਰਪ ਦੇ ਕੰਟਰੀਆਂ 'ਚ, ਅਮਰੀਕਾ, ਕੈਨੇਡਾ 'ਚ, ਆਸਟ੍ਰੇਲੀਆ 'ਚ ਕਾਨੂੰਨ ਵਰਕ ਕਰਦਾ, ਜੇ ਉੱਥੇ ਵੀ ਕਾਨੂੰਨ ਵਰਕ ਕਰੇ ਤਾਂ ਸਾਰਾ ਕੁਝ ਠੀਕ ਹੋ ਸਕਦਾ। ਅੱਜ ਨੌਦੀਪ ਗਈ ਉੱਥੇ, ਉਹਨੂੰ ਸਨਮਾਨਿਤ ਕਰਨਾ ਸੀਗਾ, ਉਹਨਾਂ ਦੇ ਗੁੰਡਿਆਂ ਨੇ ਉੱਤੇ ਹਮਲਾ ਕਰ ਦਿੱਤਾ। ਵੀ ਤੂੰ ਕਿੱਦਾਂ ਆ ਗਈ ਆ? ਤੂੰ ਇੱਕ ਦੇਖੋ, ਉਹ ਬੜੀ ਬੇਇੱਜ਼ਤੀ ਮੰਨਦੇ ਆ। ਭਾਈ ਸਾਹਿਬ ਬ੍ਰਿਟਿਸ਼ ਦੇ ਸਮੇਂ ਜੋਤੀਰਾਓ ਫੂਲੇ ਇੱਕ ਪੜ੍ਹਿਆ ਲਿਖਿਆ ਬੰਦਾ ਸੀਗਾ, ਉਹਦੀ ਘਰ ਵਾਲੀ ਪਹਿਲੀ ਮਹਿਲਾ ਟੀਚਰ ਬਣੀ ਆ ਉਹ ਸਾਊਥ ਇੰਡੀਆ ਤੋਂ, ਸਵਿਤਰੀ ਬਾਈ ਫੂਲੇ। ਜਦੋਂ ਉਹਨੇ ਉਹਨੂੰ ਉਹ ਕਹਿੰਦਾ ਮੈਂ ਪੜਾਉਣਾ ਆ, ਘਰਦਿਆਂ ਨੇ ਬੋਰੀ ਬਿਸਤਰਾ ਚੱਕ ਕੇ ਬਾਹਰ ਮਾਰਿਆ ਜੋਤੀਰਾਓ ਫੂਲੇ ਦਾ। ਕਹਿੰਦੇ ਚੱਲ ਬਾਹਰ ਇੱਥੇ, ਕਹਿੰਦੇ ਤੂੰ ਸਾਨੂੰ ਮਰਵਾਉਣਾ ਆਲੇ ਦੁਆਲੇ, ਸਾਰਿਆਂ ਨੇ ਮਾਰ ਦੇਣਾ ਹਮ ਸਮਾਜ ਨੇ। ਉਹ ਕਹਿੰਦਾ ਨਹੀਂ ਯਾਰ, ਉਹ ਮੈਂ ਪੜਾਉਣਾ, ਪੜ੍ਹਨਾ ਚਾਹੁੰਦੀ ਆ ਮੇਰੀ ਘਰ ਵਾਲੀ। ਉਹਨੇ ਬਾਹਰ ਕੱਢ ਤਾ। ਉਹ ਕਹਿੰਦਾ ਉਹ ਬੰਦਾ ਬੜਾ ਤਕੜਾ ਸੀਗਾ, ਫਿਲਾਸਫਰ ਸੀ, ਉਹਨੇ ਪੜਾਇਆ ਉਹਨੂੰ, ਫਿਰ ਉਹ ਫਿਰ ਟੀਚਰ ਬਣੀ। ਪਰ ਜਦੋਂ ਪੜ੍ਹਦੀ ਸੀ, ਉਹਨੂੰ ਪੜਾਉਣਾ ਉਹਨੇ ਸ਼ੁਰੂ ਕੀਤਾ, ਤੇ ਜਿਹੜੇ ਬ੍ਰਾਹਮਣ ਸੀ ਖਾਸ ਕਰਕੇ ਇਕੱਠੇ ਹੋ ਕੇ ਉਹਦੇ ਗੋਹਾ ਮਾਰਦੇ ਹੁੰਦੇ ਸੀ, ਉਹਦੇ ਚੱਕ ਕੇ ਗੰਦੇ ਗਾਰੇ ਦੇ ਏਦਾਂ ਨਾ ਬੁੱਕ ਭਰ ਭਰ ਕੇ ਉਹਦੇ ਉੱਪਰ ਸੱਟ ਦੇਣਾ ਜਦੋਂ ਜਾਣਾ ਉਹਨੇ ਸਕੂਲੇ ਪੜਾਉਣ ਬੱਚਿਆਂ ਨੂੰ, ਕਿ ਤੂੰ ਟੀਚਰ ਕਿੱਦਾਂ ਬਣ ਗਈ, ਤੂੰ ਇੱਕ ਤੂੰ ਹੈ ਔਰਤ, ਇੱਕ ਤੂੰ ਹੈ ਨੀਵੀਂ ਜਾਤ ਦੀ। ਉਹ ਸੈਣੀ ਜਾਤ ਦੇ ਵਿੱਚੋਂ ਸੀਗੀ। ਇਹ ਸਾਊਥ ਇੰਡੀਆ ਦੀ ਗੱਲ ਹੈ, ਇਤਿਹਾਸ ਆ ਇਹ। ਉਹ ਸਮਾਜ ਵੀ ਬੜਾ ਘਟੀਆ ਕਿਸਮ ਦਾ ਹੈ ਜੀ ਬਿਲਕੁਲ। ਅੱਜ ਇਸੇ ਕਰਕੇ ਅੱਜ ਜਿਹੜੀਆਂ ਧੀਆਂ, ਤੁਸੀਂ ਮੈਨੂੰ ਕੱਲ ਦੱਸਦੇ ਸੀਗੇ, ਇੱਕ ਜਲੰਧਰ ਦੇ ਵਿੱਚ 6 ਸਾਲਾਂ ਬੱਚੀ ਨੂੰ ਅੱਗ ਲਾ ਕੇ ਜਾਲ ਦਿੱਤਾ ਉਹਨਾਂ ਨੂੰ। ਨਹੀਂ 6 ਸਾਲਾਂ ਨਹੀਂ, ਉਹ ਜਵਾਨ ਲੜਕੀ ਸੀ। ਉਹ ਜਿੱਦਾਂ ਉਹ ਆਪਣੇ ਰੋਡ ਤੇ ਜਾ ਰਹੀ ਸੀ, ਉਹਨੂੰ ਦੇਖੋ ਸਕੂਟਰੀ ਤੋਂ ਉਤਾਰ ਕੇ ਤੇ ਉਹਦੇ ਨੂੰ ਅੱਗ ਲਾ ਕੇ ਛੱਡਤਾ। ਇਹ ਵਜ੍ਹਾ ਪਤਾ ਨਹੀਂ ਕੀ ਹੋਣੀ ਆ। ਇਹ ਮੰਨਣਾ ਪੈਣਾ, ਮਾਤਾ ਭਾਗੋ ਵਾਲਾ ਉਹ ਤਰੀਕੇ ਨਾਲ ਗਾਤਰੇ 'ਚ ਕਿਰਪਾਨ ਰੱਖਣੀ ਪੈਣੀ ਆ। ਫਿਰ ਜਿੱਥੇ ਬਚਣਗੀਆਂ ਧੀਆਂ ਭੈਣਾਂ ਨੂੰ, ਮੈਂ ਬੇਨਤੀ ਕਰਦਾ ਨਾ ਬਾਰ-ਬਾਰ, ਗੁਰੂ ਦੇ ਖਾਲਸੇ ਬਣੋ। ਸਿੱਖ ਸਿੰਘ ਕੌਰ ਖਾਲਸਾ ਮਹਾਰਾਜ ਨੇ 4 ਪੁੱਤਰ ਕੁਰਬਾਨ ਕਰ ਦਿੱਤੇ ਸਾਡੀ ਖਾਤਰ। ਗਾਤਰੇ 'ਚ ਕਿਰਪਾਨ ਰੱਖੋ, ਸੈਲਫ ਡਿਫੈਂਸ ਕਰੋ। ਮਾੜਾ ਭੀੜਾ ਨਹੀਂ ਹੱਥ ਪਾਊਗਾ, ਜੇ ਪਾਊਗਾ ਤਾਂ ਫਿਰ ਕਰ ਦੋ ਇੱਕ ਆਰ ਜਾਂ ਪਾਰ, ਅੱਗੇ ਚਾਹ ਨੂੰ ਪਾਗਲ ਆ ਜਾਓ ਨਾ ਯਾਰੋ। ਕਿੰਨੀਆਂ ਧੀਆਂ ਭੈਣਾਂ ਦੀ ਜਿਹੜੀ ਬੇਕਦਰੀ ਹੁੰਦੀ ਆ ਇਸ ਧਰਤੀ ਦੇ ਉੱਪਰ, ਇਹਦਾ ਇੱਕੋ ਇਹੀ ਹੱਲ ਨਹੀਂ, ਆਪਣੀ ਹਿਫਾਜ਼ਤ ਲਈ ਤੇ ਪਰਮਾਤਮਾ ਨੇ ਹਰ ਇੱਕ ਜਾਨਵਰ ਨੂੰ ਵੀ ਹਥਿਆਰ ਦਿੱਤਾ। ਬਿਲਕੁਲ। ਉਹ ਆਪਣੇ ਪੰਜੇ ਮਾਰਦਾ ਜੇ ਕਿਤੇ ਉਹਨੂੰ ਉਹ ਕੋਈ ਤਕਲੀਫ ਪਹੁੰਚਾਉਂਦਾ ਜਾਂ ਉਹਦੇ ਤੇ ਕੋਈ ਹਮਲਾ ਕਰਦਾ। ਬਿਲਕੁਲ। ਤੇ ਇਸ ਕਰਕੇ ਇਨਸਾਨ ਨੂੰ ਵੀ ਉਹ ਗੁਰੂ ਮਹਾਰਾਜ ਨੇ ਇਹੀ ਤਾਂ ਹੀ ਅਮਰਤੀ ਦਾਤ ਹਰ ਇੱਕ ਸ਼ਾਸਤਰ ਦੇਣ ਦੀ ਕੋਸ਼ਿਸ਼ ਕੀਤੀ ਕਿ ਆਪਣੀ ਰੱਖਿਆ ਕਰੇ, ਆਪਣੀ ਸੁਰੱਖਿਆ। ਕਿਉਂਕਿ ਜੰਗਲਾਂ ਦੇ ਵਿੱਚ ਜਾਂਦਾ, ਆਪਣੇ ਕੰਮ ਕਾਜ ਲਈ ਬਾਹਰ ਜਾਂਦਾ। ਜੀ ਜੀ ਬਿਲਕੁਲ। ਇਹ ਜ਼ਰੂਰੀ ਨਹੀਂ ਹੁੰਦਾ ਵੀ ਜਿਹੜਾ ਸਾਡੇ ਕੋਲ ਹਥਿਆਰ ਆ ਜਾਂ ਕੋਈ ਉਹ ਸਿਰਫ ਅਸੀਂ ਦਿਖਾਵੇ ਲਈ ਜਾਂ ਕਿਤੇ ਉਹ ਮਾੜੇ ਵਾਇਲੈਂਸ ਲਈ ਕਰ ਰਹੇ ਆ, ਪਰ ਉਹ ਆਪਣੇ ਤੁਸੀਂ ਆਪਣੀ ਸੇਫਟੀ ਲਈ ਜੇ ਕੋਈ ਚੀਜ਼ ਰੱਖਦੇ ਆ, ਉਹ ਇਟਸ ਗੁੱਡ। ਜੀ 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 ਬਿਲਕੁਲ। ਆਪਣੇ ਨਾਲ ਵੀਰ ਆਪਣੇ ਬੜੇ ਕ੍ਰਾਂਤੀਕਾਰੀ ਯੋਧੇ ਆ, ਰਣਵੀਰ ਗਿੱਲ ਜੀ, ਉਹ ਵੀ ਨਾਲ ਜੁੜੇ ਹੋਏ ਆ, ਬਿੱਟੂ ਦੌਲਤਪੁਰੀ ਜੀ, ਤੇ ਆਪਣੇ ਰਾਮਦੀਪ ਸਿੰਘ, ਸਾਰੇ ਨੌਜਵਾਨ ਬੜੀ ਚੜ੍ਹਦੀ ਕਲਾ ਵਾਲੇ ਆ ਜੀ। ਇਹਨਾਂ ਦੀ ਸੋਚ ਬੜੀ ਉੱਚੀ ਤੇ ਸੁੱਚੀ ਆ। ਇਹ ਅੱਜ ਆਪਣੇ ਨਾਲ ਵਧੀਆ ਸਿਰਜਿਆ ਜਾਵੇ। ਹਾਂਜੀ, ਤਾਰੀ ਬਿਹਾਰੀਪੁਰੀਆ ਵੀ ਉਹ ਭਾਜੀ ਆਪਣੇ ਨਾਲ ਜੁੜੇ ਆ, ਰਿਵਾਜ ਕਰ ਰਹੇ ਆਪਾਂ ਨੂੰ। ਵਾਹ ਜੀ ਵਾਹ, ਬਹੁਤ ਵਧੀਆ। ਇਹ ਨੌਜਵਾਨ ਤਾਂ ਦੇਖੋ ਯਾਰ, ਏਡੀ ਵੱਡਾ ਇੱਕ ਸੈਕਰੀਫਾਈਸ ਆ, ਕਬੱਡੀ ਦਾ ਚੋਟੀ ਦਾ ਪਲੇਅਰ, ਤੇ ਇਹੋ ਜਿਹੇ ਭਲਵਾਨ ਮੁੰਡੇ ਇਸ ਅੰਦੋਲਨ ਦੇ ਵਿੱਚ ਕੁੱਦੇ ਹੋਏ ਤਾਂ ਜਿਨ੍ਹਾਂ ਨੂੰ ਆਪਣੀ ਮਿਹਨਤ ਵੀ ਛੱਡਣੀ ਪਈ ਹੋਆ। ਤੇ ਮੈਂ ਉਹੀ ਬੇਨਤੀ ਕਰਦੇ ਆ ਭਰਾਵੋ ਮੋਦੀ ਸਰਕਾਰ ਨੂੰ, ਵੀ ਤੁਸੀਂ ਕਿਸਾਨਾਂ ਦੀਆਂ ਮੰਗਾਂ ਮੰਨੋ ਤੇ ਇਹ ਨੌਜਵਾਨ ਘਰਾਂ ਨੂੰ ਜਾਣ, ਮਿਹਨਤਾਂ ਲਾਉਣ, ਆਪਣੀ ਜਿਹੜੀ ਕਲਾ ਆ, ਆਪਣਾ ਟੈਲੈਂਟ ਜਿਹੜਾ ਆ, ਆਪਣੀ ਜਿਹੜੀ ਗੇਮ ਆ, ਉਹਨੂੰ ਬਰਕਰਾਰ ਰੱਖ ਸਕਣ, ਕਿਉਂਕਿ ਇਹ ਜ਼ਰੂਰੀ ਆ। ਬਹੁਤ ਸਾਰੇ ਕਲਾਕਾਰ, ਭਲਵਾਨ, ਕਬੱਡੀ ਦੇ ਪਲੇਅਰ, ਹੋਰ ਵੀ ਗੇਮਾਂ ਵਾਲੇ ਜਾਂ ਬੱਚੇ, ਅਲੱਗ-ਅਲੱਗ ਟੈਲੈਂਟਸ ਵਾਲਿਆਂ ਦਾ ਬਹੁਤ ਨੁਕਸਾਨ ਹੋ ਰਿਹਾ।
ਬਹੁਤ ਨੁਕਸਾਨ ਹੋ ਜੀ ਰਿਹਾ। ਬਿਲਕੁਲ। ਹਾਂਜੀ ਜੀ ਤੇ ਮੇਰੇ ਖਿਆਲ ਨਾਲ ਆਪਾਂ ਹੁਣ ਪ੍ਰੋਗਰਾਮ ਤੋਂ ਇਜਾਜ਼ਤ ਲਈਏ ਆਪਣੇ ਸਰੋਤਿਆਂ ਕੋਲੋਂ, ਤੇ ਜੀ ਫਿਰ ਆਪਾਂ ਨੈਕਸਟ ਟਾਈਮ ਡਿਸਕਸ ਕਰਾਂਗੇ ਬਾਕੀ ਜਿਹੜੇ ਆਪਣੇ ਹੋਰ ਵੀ ਆਪਾਂ ਅੱਜ ਗੱਲਾਂ ਕੀਤੀਆਂ ਉਹਨਾਂ ਬਾਰੇ ਡਿਟੇਲ ਦੇ ਜੀ ਵਿੱਚ, ਫਿਰ ਆਪਾਂ ਉਹ ਗੱਲਾਂ ਕਰਾਂਗੇ। ਠੀਕ ਹੈ ਜੀ। ਤੇ ਪ੍ਰੋਗਰਾਮ ਕਿਉਂਕਿ ਆਪਣਾ ਕਾਫੀ ਲੰਬਾ ਹੋ ਗਿਆ, ਤੇ ਮੈਂ ਇੱਕ ਮਿੰਟ, ਇੱਕ ਨਾ ਮੈਂ ਉਹ ਗਾਣਾ ਐਂਡ ਤੇ ਪਲੇ ਕਰਕੇ ਤੇ ਆਪਾਂ ਫਿਰ ਇਜਾਜ਼ਤ ਮੰਗਾਂਗੇ ਆਪਣੇ ਸਰੋਤਿਆਂ ਕੋਲੋਂ। ਜੀ 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 ਤੇ ਸਰਦਾਰ ਇੰਦਰਜੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆਪਣੇ ਸਾਰੇ ਸਰੋਤਿਆਂ ਨੂੰ ਸਾਰਿਆਂ ਨੂੰ ਆਪਣੇ ਬੜੇ ਡਿਟੇਲ ਦੇ ਵਿੱਚ ਵਧਾਈਆਂ ਦਿੱਤੀਆਂ, ਸਮਝਾਇਆ, ਜੀ ਤੇ ਤੁਸੀਂ ਏਦਾਂ ਹੀ ਸਾਡੇ ਨਾਲ ਜੁੜਦੇ ਰਿਹਾ ਕਰੋ, ਤੇ ਆਪਾਂ ਰਲ ਮਿਲ ਕੇ ਜਿਹੜਾ ਕੋਈ ਸੁਨੇਹਾ ਆ ਆਪਣੇ ਦਿਲ ਦੇ ਬੁਲਬੁਲੇ ਲੋਕਾਂ ਤੱਕ ਪਹੁੰਚਾਉਂਦੇ ਰਹੀਏ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਆਪਾਂ ਫਿਰ ਆਪਾਂ ਫਿਰ ਵੀ ਕੱਲ ਵੀ ਗੱਲ, ਆਪਾਂ ਰੋਜ਼ ਹੀ ਗੱਲ ਕਰਦੇ ਆ ਵੀ ਸਾਡਾ ਕੋਈ ਕਿਸੇ ਦਾ ਮਕਸਦ ਇਹ ਨਹੀਂ ਹੁੰਦਾ ਕਿਸੇ ਦਾ ਦਿਲ ਦੁਖੇ। ਅਸੀਂ ਇੱਕ ਸਾਂਝਾ ਸੁਨੇਹਾ ਦੇਣਾ ਚਾਹੁੰਦੇ ਹਾਂ। ਜੇ ਕੋਈ ਸੁਝਾਅ ਹੋਵੇ ਸਾਨੂੰ ਕਮੈਂਟਸ ਦੇ ਵਿੱਚ ਲਿਖ ਕੇ ਜਾਂ ਸਾਡੇ ਨਾਲ ਜੁੜ ਕੇ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਆ ਜੀ। ਤੇ ਆਉਣ ਵਾਲੇ ਸਮੇਂ 'ਚ ਅਸੀਂ ਉਹਨਾਂ ਨੂੰ ਆਪਣਾ ਫੋਨ ਨੰਬਰ ਵੀ ਇੱਕ ਦੇਵਾਂਗੇ, ਜਿਸ ਤੇ ਸਾਡੇ ਨਾਲ ਫੋਨ ਤੇ ਵੀ ਗੱਲਬਾਤ ਕਰ ਸਕਦੇ ਆ ਜਾਂ ਸਾਡੇ ਨਾਲ ਲਾਈਵ ਵੀ ਜੁੜ ਕੇ ਗੱਲਬਾਤ ਸਾਡੇ ਨਾਲ ਕਰ ਸਕਦੇ ਆ ਜੀ। ਤੇ ਬਾਕੀ ਹੁਣ ਆਪਾਂ ਸਰੋਤਿਆਂ ਕੋਲੋਂ ਲਈਏ ਇਜਾਜ਼ਤ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਸਾਰੇ ਮਿੱਤਰਾਂ, ਵੀਰਾਂ, ਦੋਸਤਾਂ, ਭੈਣਾਂ ਦਾ ਜਿਨ੍ਹਾਂ ਨੇ ਨਾਲ ਸੁਣਿਆ। ਔਰ ਇੱਕ ਵਾਰੀ ਫੇਰ ਇੰਟਰਨੈਸ਼ਨਲ ਜੋ ਮਹਿਲਾ ਦਿਵਸ ਵਿਮਨਸ ਡੇ ਮਨਾਇਆ ਜਾ ਰਿਹਾ, ਇਹਦੀਆਂ ਬਹੁਤ ਬਹੁਤ ਮੁਬਾਰਕਾਂ। ਚੜ੍ਹਦੀ ਕਲਾ 'ਚ ਰਹੋ, ਇਸ ਨੂੰ ਵੱਧ ਚੜ੍ਹ ਕੇ ਹੋਰ ਖੁਸ਼ੀ ਦੇ ਨਾਲ, ਹੋਰ ਉਤਸ਼ਾਹ ਦੇ ਨਾਲ ਮਨਾਓ। ਆ ਸਾਡੀ ਵੀਡੀਓ ਜਿਨ੍ਹਾਂ ਨੇ ਐਂਡ ਤੇ ਸੁਣੀ ਹੈ, ਸ਼ੁਰੂ 'ਚ ਸੁਣੀਓ। ਮੈਂ ਅਸੀਂ ਇਹਦਾ ਪਿਛੋਕੜ ਵੀ ਦੱਸ ਦਿੱਤਾ ਔਰ ਡਿਟੇਲ 'ਚ ਤਾਂ ਨਹੀਂ ਦੱਸਿਆ, ਬਰੀਚ ਦੱਸ ਦਿੱਤਾ, ਇੰਨਾ ਕਿ ਨਾਫਿਆ। ਇਹਨੂੰ ਵੱਧ ਚੜ੍ਹ ਕੇ ਖੁਸ਼ੀ ਦੇ ਵਿੱਚ ਮਨਾਓ, ਇੱਕ ਤਕੜਾ ਫੈਸਟੀਵਲ, ਵੱਡੇ ਵੱਡੇ ਸੈਮੀਨਾਰ ਕਰਵਾਓ ਇਹਨਾਂ ਦੇ ਨਾਲ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। लोगों ना कहर गुजारूं, पिया कुख दे विच ना मारो, ਹਾਂਜੀ ਦਰਸ਼ਕੋ, ਤੁਸੀਂ ਹੁਣੇ ਸੁਣ ਰਹੇ ਸੀ ਸਾਂਝਾ ਸੁਨੇਹਾ ਪ੍ਰੋਗਰਾਮ ਬਚਨ ਦੇ ਨਾਲ ਤੇ ਨਾਲ ਸਾਡੇ ਇੰਦਰਜੀਤ ਸਿੰਘ ਭਾਜੀ। ਤੇ ਅੱਜ ਅਸੀਂ ਬਣਾ ਰਹੇ ਸੀ ਵੂਮਨਸ ਡੇ। ਮੇਰੇ ਵੱਲੋਂ ਇੱਕ ਵਾਰੀ ਫੇਰ ਸਾਰੀ ਆਵਾਮ ਦੀਆਂ, ਵੂਮਨਸ, ਲੇਡੀਜ਼, ਮਾਵਾਂ, ਭੈਣਾਂ ਤੇ ਬੱਚੀਆਂ ਨੂੰ ਬਹੁਤ ਬਹੁਤ ਪਿਆਰ, ਨਮਸਕਾਰ ਤੇ ਸਤਿ ਸ੍ਰੀ ਅਕਾਲ। ਤੇ ਮੈਨੂੰ ਦਿਓ ਇਜਾਜ਼ਤ ਜੀ, ਫਿਰ ਮੁਲਾਕਾਤ ਹੋਊਗੀ ਜਲਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ੍ਰੀ ਅਕਾਲ। ਫਿਰ ਮਿਲਾਂਗੇ ਜੀ ਜਲਦੀ, ਪਰਮਾਤਮਾ ਨੇ ਟਾਈਮ ਦਿੱਤਾ ਤਾਂ। ਵਾਹਿਗੁਰੂ।